ਸ਼ਲੋਕ ਮਹੱਲਾ ਪਹਿਲਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਲੋਕ ਉਚਾਰਨ ਕੀਤਾ ਹੋਇਆ ਰਾਮਕਲੀ ਦੀ ਜੋ ਪਹਿਲੀ ਵਾਰ ਹੈ ਉਸ ਦੇ 14ਵੇਂ ਨੰਬਰ ਤੇ ਦਰਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕੀਤਾ ਹੈ। ਸਰਦਾਨ ਦੇ ਇੰਦਰ ਰਵਾਇਆ। ਇਹਦੇ ਵਿੱਚ ਸਾਰਿਆਂ ਨੂੰ ਰੋਂਦੇ ਆਖਿਆ ਹੈ ਕਿ ਹੇ ਭਾਈ, ਜਦ ਗੌਤਮ ਰਿਸ਼ੀ ਦੀ ਇਸਤਰੀ ਅਹਲਿਆ ਦੇ ਨਾਲ ਇੰਦਰ ਕੁਕਰਮ ਕਰਨ ਆਇਆ ਤਦ ਗੌਤਮ ਰਿਸ਼ੀ ਨੇ 1000 ਭਗਾਂ ਦਾ ਡੰਨ ਦੇ ਕੇ ਇੰਦਰ ਰਾਜੇ ਨੂੰ ਰਵਾਉਣਾ ਕੀਤਾ ਸੀਗਾ। ਡੰਨ ਦੇਣੇ ਕਰਕੇ ਇੰਦਰ ਰੋਣੇ ਵਿੱਚ ਆਇਆ ਸੀ। ਪਰਸਰਾਮ ਰੋਵੈ ਘਰ ਆਇਆ। ਜਦ ਪਿਓ ਮਰੇ ਦੀ ਖਬਰ ਸੁਣੀ ਪਰਸਰਾਮ ਨੇ ਆਪਣੇ ਘਰ ਆਇਆ ਤਦੋਂ ਆਪਣੇ ਪਿਤਾ ਨੂੰ ਮਰਿਆ ਹੋਇਆ ਦੇਖ ਕੇ ਉਹ ਬਹੁਤ ਜ਼ਿਆਦਾ ਰੋਇਆ। ਫਿਰ ਜਦ ਰਾਮਚੰਦਰ ਨੇ ਪਰਸਰਾਮ ਦੇ ਪੈਰੀਂ ਹੱਥ ਲਾ ਕੇ ਇਸ ਦੀ ਸਾਰੀ ਸਤਿਆ ਖੋਹ ਲਈ ਤਦੋਂ ਸਤਿਆਹੀਣ ਹੋ ਕੇ ਇਹ ਬਹੁਤ ਜ਼ਿਆਦਾ ਰੋਇਆ ਸੀਗਾ। ਅਜੈ ਸਰੂਵੈ ਪੀਖਿਆ ਖਾ। ਅੱਜ ਰਾਜਾ ਉਦੋਂ ਬਹੁਤ ਰੋਇਆ ਜਦ ਭਿੱਖਿਆ ਵਿੱਚ ਦਿੱਤੀ ਲਿੱਧ ਹੀ ਆਪ ਨੂੰ ਖਾਣੀ ਪਈ। ਜਾਂ ਇੰਦਮਤੀ ਰਾਣੀ ਦੇ ਵਿਜੋਗ ਵਿੱਚ ਰਾਜ ਤਿਆਗਣ ਤੋਂ ਬਾਅਦ ਭਿੱਖਿਆ ਦਾ ਮੰਗਿਆ ਅਨਾਜ ਖਾ ਕੇ ਅੱਜ ਰਾਜਾ ਬਹੁਤ ਜ਼ਿਆਦਾ ਰੋਇਆ ਸੀ। ਐਸੀ ਦਰਗਹ ਮਿਲੈ ਸਜਾਈ। ਕੀਤੇ ਕਰਮਾਂ ਦੇ ਅਨੁਸਾਰ ਇਹੋ ਜਿਹੀ ਪਰਮੇਸ਼ਰ ਦੀ ਨਿਆਈ ਸਭਾ ਦੇ ਵਿੱਚ ਸਜ਼ਾ ਮਿਲਦੀ ਹੈ ਜਿਸ ਤੇ ਜੀਵ ਨੂੰ ਰੋਣਾ ਪੈਂਦਾ ਹੈ। ਰੂਵੈ ਰਾਮ ਨਿਕਾਲਾ ਭਇਆ। ਜਦ ਅਯੁੱਧਿਆਪੁਰੀ ਤੋਂ ਬਣ ਵੱਲ ਨੂੰ ਨਿਕਲਣਾ ਭਾਵ ਅਯੁੱਧਿਆਪੁਰੀ ਦਾ ਤਿਆਗ ਹੋਇਆ ਤਦ ਸ੍ਰੀ ਰਾਮਚੰਦਰ ਜੀ ਨੇ ਵੀ ਰੋਣਾ ਕੀਤਾ ਸੀਗਾ। ਸੀਤਾ ਲਖਮਣ ਵਿਛੜ ਗਿਆ। ਜਦ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ ਤੇ ਲక్ష్మణ ਨੂੰ ਬਰਸ਼ੀ ਵੱਜ ਗਈ ਉਦੋਂ ਵੀ ਸ੍ਰੀ ਰਾਮਚੰਦਰ ਜੀ ਨੇ ਰੋਣਾ ਕੀਤਾ ਸੀ। ਰੂਵੈ ਦਹ ਸਿਰ ਲੰਕ ਗਵਾਈ। ਸੋਨੇ ਦੀ ਲੰਕਾ ਨੂੰ ਗਵਾ ਕੇ 10 ਸਿਰਾਂ ਵਾਲਾ ਰਾਵਣ ਵੀ ਬਹੁਤ ਜ਼ਿਆਦਾ ਰੋਇਆ ਸੀ। ਜਿਨ ਸੀਤਾ ਆਦੀ ਡੌਰੂ ਵਾਈ। ਜਿਸ ਰਾਵਣ ਨੇ ਜੋਗੀ ਲਿਬਾਸ ਵਿੱਚ ਚੌਲ ਮੰਗਣ ਬਹਾਨੇ ਡਮਰੂ ਵਜਾ ਕੇ ਸੀਤਾ ਚੁਰਾ ਲਿਆਂਦੀ ਸੀਗੀ। ਰੂਵਹਿ ਪਾਂਡਵ ਭਏ ਮਜੂਰ। ਜਦ ਪੰਜੇ ਪਾਂਡੂ ਵੈਰਾਟ ਰਾਜੇ ਦੇ ਮਜ਼ਦੂਰ ਹੋ ਕੇ ਰਹੇ ਸਨ ਉਦੋਂ ਪੰਜੇ ਪਾਂਡਵ ਬੜੇ ਰੋਏ ਸਨ ਕਿ ਅਸੀਂ ਇੰਨੇ ਵੱਡੇ ਰਾਜੇ ਹੋ ਕੇ ਮਜ਼ਦੂਰੀ ਪਏ ਕਰਦੇ ਹਾਂ। ਜਾਂ ਜਦ ਭਰੀ ਸਭਾ ਦੇ ਵਿੱਚ ਕਰੀਚਕ ਦ੍ਰੋਪਦੀ ਨੂੰ ਬਾਹੋਂ ਪਕੜ ਕੇ ਲੈ ਗਿਆ ਸੀ ਉਦੋਂ ਪੰਜੇ ਪਾਂਡਵ ਬੜਾ ਹੀ ਰੋਏ ਸਨ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੇ। ਜਿਨ ਕੈ ਸੁਆਮੀ ਰਹਿਤ ਦੂਰ। ਜਿਨ੍ਹਾਂ ਦੇ ਮਾਲਕ ਕ੍ਰਿਸ਼ਨ ਭਗਵਾਨ ਜੀ ਹਰ ਵਕਤ ਉਹਨਾਂ ਦੇ ਨੇੜੇ ਰਹਿੰਦੇ ਸਨ ਤੇ ਉਹ ਅੰਤਰਜਾਮੀ ਸਨ। ਰੂਵੈ ਜਨਮੇਜਾ ਖੋਈ ਗਿਆ। ਜਦ ਬਿਆਸ ਰਿਸ਼ੀ ਦੇ ਬਚਨਾਂ ਨੂੰ ਭੁੱਲ ਗਿਆ ਸੀ ਉਦੋਂ ਰਾਜਾ ਜਨਮੇਜਾ ਬਹੁਤ ਰੋਇਆ ਸੀ। ਏਕੀ ਕਾਰਨ ਪਾਪੀ ਭਇਆ। ਇੱਕ ਇਸਤਰੀ ਦੇ ਕਾਰਨ ਪਾਪੀ ਹੋ ਗਿਆ ਸੀ। ਜਾਂ ਇੱਕ ਬਿਆਸ ਜੀ ਦਾ ਕਹਿਆ ਹੋਇਆ ਬਚਨ ਕਿ ਪਰਮੇਸ਼ਰ ਦਾ ਭਾਣਾ ਵਰਤ ਕੇ ਰਹਿੰਦਾ ਹੈ ਉਸ ਨੂੰ ਨਾ ਮੰਨਣ ਦੇ ਇਸ ਇੱਕ ਕਾਰਨ ਕਰਕੇ ਪਾਪੀ ਹੋ ਗਿਆ ਸੀ।
ਜਾਂ ਇੱਕ ਗੱਲ ਨਾ ਮੰਨਣੇ ਕਰਕੇ ਪਾਪੀ ਹੋ ਗਿਆ ਸੀ। ਭਾਵ ਕੋੜ ਨਾ ਹਟਿਆ, ਕਿਉਂਕਿ ਇਹਨੇ ਸ਼ੰਕਾ ਕਰ ਦਿੱਤੀ ਸੀ ਕਿ ਹਾਥੀ ਕਿਵੇਂ ਅਸਮਾਨ ਵਿੱਚ ਵਗਾਏ ਜਾ ਸਕਦੇ ਨੇ। ਦੁਆਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਜੀ ਹੋਇਆ ਇੰਜ ਕਿ ਭਗਵਾਨ ਵਿਸ਼ਨੂੰ ਦੇ ਜਦ ਪੂਰਨ ਅਵਤਾਰ ਪ੍ਰਗਟ ਹੋਏ ਨੇ, ਉਹਨਾਂ ਦੀ ਭੂਆ ਦੇ ਪੁੱਤਰ ਧਰਮ ਪੁੱਤਰ ਅਰਜਨ ਆਦਿਕ 5 ਭਰਾ ਪਾਂਡਵ ਹੋਏ ਨੇ। ਅਰਜਨ ਦਾ ਅੱਗੇ ਪੁੱਤ ਹੋਇਆ ਅਭਮਨੂ। ਅਭਮਨੂ ਜਿੱਥੇ ਅਰਜਨ ਦਾ ਪੁੱਤਰ ਸੀ, ਉੱਥੇ ਭਗਵਾਨ ਕ੍ਰਿਸ਼ਨ ਦਾ ਸਕਾ ਭਾਣਜਾ ਵੀ ਸੀ, ਕਿਉਂਕਿ ਕ੍ਰਿਸ਼ਨ ਜੀ ਦੀ ਭੈਣ ਸੁਭਦਰਾ ਅਰਜਨ ਨੂੰ ਵਿਆਹੀ ਹੋਈ ਸੀ। ਅਭਮਨੂ ਦਾ ਅੱਗੇ ਪੁੱਤਰ ਰਾਜਾ ਪ੍ਰੀਸ਼ਤ ਹੋਇਆ ਹੈ। ਇਹ ਬੜਾ ਧਰਮੀ ਰਾਜਾ ਸੀ। ਉਹਦੇ ਅੱਗੇ ਪੁੱਤਰ ਰਾਜਾ ਜਨਮੇਜਾ ਹੋਇਆ ਹੈ, ਜਿਸ ਦਾ ਸਾਰਾ ਪ੍ਰਸੰਗ ਸ੍ਰੀ ਦਸਮ ਗ੍ਰੰਥ ਵਿੱਚ ਕਲਗੀਧਰ ਪਿਤਾ ਜੀ ਨੇ ਲਿਖਿਆ ਹੈ। रुआल छंद राज को गृह पाई कै जनमेज राज महान सूरबीर हठी तभी 10 4 4 निधान। सो इस करके जनमेजा राजा जिथे जपी तपी ते हठी सी, उथे 14 विधियां दा मनो खजाना सी। भाव इतना बड़ा विद्वान सी। राज गद्दी नूं बा के उस वेले धर्म दे काम यज्ञ आदि करन लगा। अपने गुरुदेव व्यास जी तो कथा सुनन दा फुरना फरिया कि साडे वड्डियां दी कथा दा प्रसंग सुनाओ। व्यास जी ने सारे प्रसंग सुनाने शुरू किए। जनमेजे राजे ने शंका की कि हे गुरुदेव जी, ये जो तुसी प्रसंग सुनाया है कि भगवान विष्णु के अवतार भगवान कृष्ण जी पांडवों के सहायक सन, फिर ऐसा क्यों होया? क्योंकि उन्होंने जूए विच द्रौपदी नूं हारिया तां इतना बड़ा कलेश छिड़िया जो कि साडे बजुर्गां नूं भोगना पिया। फिर वो विराट राजे दे जाके मजदूरी करते रहे ते नाले रोए कि असीं इन्ने वड्डे राजे हो के मजदूरी करते हैं। जद भगवान कृष्ण जी जानते सन कि कौरव ईमानदार नहीं हैं, छल कपड़ का जुआ खेडते ने, तो भगवान जी ने साडे बजुर्गों नूं जो कृष्ण जी के भूआ के पुत्र सन उन्होंने क्यों ना रोकिया। महर्षि व्यास जी ने कहा कि होनहार ही ऐसी है, जो वरतना है वो वरत के ही रहिंदा है। होनहार अते मौत दे अगे किसी दी सियाणप उस नूं रोकण दे काम नहीं आउंदी। उसदा हुक्म अटल है, जैसा साहा हुक्म रजाए सो ना टलै, जो प्रभ करै बलराम जियो। इस गल ते राजे जनमेजे ने शंका की ਅਤੇ ਕਿਹਾ ਕਿ ਜੇਕਰ ਸਾਹਮਣੇ ਖੂਹ ਜਾਂ ਟੋਇਆ ਦਿਖਦਾ ਹੋਵੇ ਤਾਂ ਫਿਰ ਉਸ ਵਿੱਚ ਕੋਈ ਜਾਣ ਬੁੱਝ ਕੇ ਨਹੀਂ ਡਿੱਗਦਾ। ਮਹਰਸ਼ੀ ਵਿਆਸ ਜੀ ਨੇ ਕਿਹਾ ਕਿ हे ਰਾਜਨ, ਤੇਰੇ ਤੇ ਪਾਣੀ ਵਰਤਣ ਵਾਲੀ ਹੈ, ਤੂੰ ਹੀ ਬਚ ਕੇ ਦਿਖਾ ਦੇਈਂ। ਤੈਨੂੰ ਪਹਿਲਾਂ ਦੱਸ ਦਿੰਦੇ ਆ ਕਿ ਤੇਰੀ ਮੌਤ ਕਿਵੇਂ ਆਉਣੀ ਹੈ, ਇਹ ਟਲੇਗੀ ਨਹੀਂ। तू जो मर्जी उपा कर लवी। राजे ने कहा कि दसो। तो व्यास जी ने कहा कि काशी के राजे की पुत्री नाल तेरी शादी होनी है। दाज वे सुंदर चेहरे वाली एक दासी आवेगी। तू आपदी सकी रानी नूं छड्ड के उहदे रूप ते लभाईमान हो के उहदे नाल विआह करा के तैनूं पटरानी बनावेगा। फिर एक घोड़ी ते चढ़ के शिकार करने जावेगा। दरिया के किनारे उस घोड़ी नूं बन के सौ जावेगा। उस दरिया दे विचों एक घोड़ा प्रगट होवेगा जो तेरी घोड़ी नूं आण के मिलेगा, जिस करके तेरी घोड़ी
ਤੋਂ ਕਾਲੇ ਕੰਨਾਂ ਵਾਲਾ ਤੇ ਚਿੱਟੇ ਰੰਗ ਵਾਲਾ ਵਛੇਰਾ ਪੈਦਾ ਹੋਵੇਗਾ। ਤੇ ਜਿਸ ਵਕਤ ਇਸ ਤਰ੍ਹਾਂ ਵਛੇਰਾ ਪੈਦਾ ਹੋਵੇਗਾ ਤਾਂ ਉਸ ਘੋੜੇ ਨੂੰ ਛੱਡ ਕੇ ਸਾਰੇ ਰਾਜਿਆਂ ਨੂੰ ਆਪਣੇ ਅਧੀਨ ਕਰੇਗਾ। ਸਾਰੇ ਰਾਜਿਆਂ ਨੂੰ ਜਿੱਤ ਕੇ ਰਾਜਸੂ ਯੱਗ ਕਰੇਗਾ। ਉਸ ਯੱਗ ਵਿੱਚ ਬ੍ਰਾਹਮਣਾਂ ਦੀਆਂ 18 ਕੁਲਾਂ ਦੇ ਬ੍ਰਾਹਮਣ ਆਉਣਗੇ। ਜਦੋਂ ਉਹਨਾਂ ਬ੍ਰਾਹਮਣਾਂ ਨੂੰ ਪਦਾਰਥ ਵਰਤਾਓਗੇ ਤਾਂ ਤੇਰੀ ਦਾਸੀ ਤੋਂ ਬਣੀ ਰਾਣੀ ਨੂੰ ਦੇਖ ਕੇ ਬ੍ਰਾਹਮਣ ਇੱਕ ਦੂਜੇ ਨੂੰ ਇਸ਼ਾਰੇ ਨਾਲ ਸਮਝਾਉਣਗੇ ਕਿ ਖਾਣਾ ਵਰਤਾਉਣ ਲਈ ਇੱਕ ਹੀ ਔਰਤ ਬਾਰ-ਬਾਰ ਆਉਂਦੀ ਹੈ ਜਾਂ ਬਦਲ ਕੇ ਹੋਰ ਔਰਤਾਂ ਆਉਂਦੀਆਂ ਨੇ, ਕਿਉਂਕਿ ਦਾਸੀ ਤੋਂ ਬਣੀ ਪਟਰਾਣੀ ਬਸਤਰ ਪਹਿਨਣ ਦੀ ਬਹੁਤ ਸ਼ੌਕੀਨ ਹੋਵੇਗੀ। ਉਹ ਹਰ ਵਾਰ ਖਾਣਾ ਵਰਤਾਉਣ ਸਮੇਂ ਸਾੜੀ ਬਦਲ ਕੇ ਆਵੇਗੀ। ਇਹ ਪਰਖਣ ਲਈ ਇੱਕ ਨੌਜਵਾਨ ਬ੍ਰਾਹਮਣ ਖੀਰ ਦਾ ਛਿੱਟਾ ਰਾਣੀ ਦੇ ਪੈਰ ਉੱਪਰ ਪਾਏਗਾ। ਜਦੋਂ ਰਾਣੀ ਦੁਬਾਰਾ ਆਏਗੀ ਤਾਂ ਉਹ ਦੇਖ ਕੇ ਹੱਸ ਪੈਣਗੇ ਕਿ ਇਹ ਤਾਂ ਉਹੀ ਹੈ। ਰਾਣੀ ਦੇ ਨੂੰ ਆ ਕੇ ਸ਼ਿਕਾਇਤ ਕਰੇਗੀ ਕਿ ਬ੍ਰਾਹਮਣ ਨਹੀਂ ਹਨ, ਕਿਸੇ ਥਾਂ ਦੇ ਮਸ਼ਡੰਡੇ ਇਕੱਠੇ ਕੀਤੇ ਹੋਏ ਨੇ। ਇਹਨਾਂ ਨੂੰ ਇਹ ਵੀ ਸ਼ਰਮ ਨਹੀਂ ਹੈ ਕਿ ਮੈਂ ਮਹਾਰਾਜੇ ਦੀ ਪਟਰਾਣੀ ਹਾਂ। ਇਹ ਕਹਿ ਕੇ ਰਾਣੀ ਤੈਨੂੰ ਗੁੱਸਾ ਚੜਾਏਗੀ। ਤੂੰ 18 ਗੋਤਰਾਂ ਦੇ ਬ੍ਰਾਹਮਣਾਂ ਨੂੰ ਸਾੜ ਕੇ ਮਾਰੇਗਾ। ਬ੍ਰਾਹਮਣਾਂ ਦੇ ਮਾਰਨ ਕਰਕੇ ਤੈਨੂੰ ਕੋੜ ਹੋ ਜਾਏਗਾ। ਫਿਰ ਤੂੰ 18 ਪਰਬਾਂ ਵਾਲਾ ਮਹਾਭਾਰਤ ਦਾ ਪ੍ਰਸੰਗ ਸੁਣੇਗਾ। ਉਸ ਕਥਾ ਵਿੱਚ ਜਾਂ ਤੇਰੇ ਬਜ਼ੁਰਗ ਦਾ ਪ੍ਰਸੰਗ ਆਏਗਾ ਕਿ ਭੀਮਸੈਨ ਇਤਨਾ ਵੱਡਾ ਬਲੀ ਸੀ ਕਿ ਜਿਸ ਨੇ ਗੰਧਰਵਾਂ ਦੇ ਨਾਲ ਭਿਆਨਕ ਜੰਗ ਕੀਤਾ। ਆਦੀ ਫੜ ਕੇ ਆਕਾਸ਼ ਨੂੰ ਜੜਾਏ, ਜੋ ਮੁੜ ਕੇ ਧਰਤੀ ਤੇ ਨਹੀਂ ਡਿੱਗੇ, ਆਕਾਸ਼ ਵਿੱਚ ਹੀ ਖਤਮ ਹੋ ਗਏ। ਰਾਜੇ ਨੇ ਕਥਾ ਸੁਣ ਕੇ ਤੂੰ ਨੱਕ ਚੜਾ ਕੇ ਸ਼ੰਕਾ ਕਰੇਗਾ ਕਿ ਇਹ ਝੂਠ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ। ਕਥਾ ਦੇ ਪ੍ਰਤਾਪ ਨਾਲ ਬਾਕੀ ਤਾਂ ਤੇਰਾ ਸਾਰਾ ਕੂੜ ਹਟ ਜਾਏਗਾ, ਪਰ ਜਿਹੜਾ ਨੱਕ ਚੜਾ ਕੇ ਸ਼ੰਕਾ ਕਰੇਗਾ ਉਹ ਤੇਰੇ ਨੱਕ ਦਾ ਕੂੜ ਰਹਿ ਜਾਵੇਗਾ, ਜਿਸ ਕਰਕੇ ਤੇਰੀ ਮੌਤ ਹੋ ਜਾਵੇਗੀ। ਮੈਂ ਹੁਣ ਤੇਰੀ ਮੌਤ ਦਾ ਕਾਰਨ ਤੈਨੂੰ ਦੱਸ ਦਿੱਤਾ ਹੀ ਹੋ। ਜਿਸ ਦਿਨ ਮਰਿਆ ਨੱਕ ਦੇ ਕੋੜ ਨਾਲ ਮਰੇਗਾ। ਹੁਣ ਤੂੰ ਇਸ ਤੋਂ ਬਚ ਕੇ ਦਿਖਾਈ। ਵਿਆਸ ਜੀ ਦੇ ਰੋਕਣ ਤੋਂ ਰਾਜੇ ਨੇ ਨਿਸ਼ਚਾ ਕਰ ਲਿਆ ਕਿ ਮੈਂ ਕਾਂਸ਼ੀ ਦੇ ਰਾਜੇ ਦੀ ਪੁੱਤਰੀ ਨਾਲ ਹੋਈ ਦਾਸੀ ਨੂੰ ਪਟਰਾਣੀ ਬਣਾਵਾਂਗਾ ਹੀ ਨਹੀਂ ਤੇ ਨਾ ਹੀ ਘੋੜੀ ਖਰੀਦਾਂਗਾ। ਕੁਝ ਸਮਾਂ ਲੰਘਿਆ ਤਾਂ ਅਚਾਨਕ ਹੀ ਘੋੜਿਆਂ ਦੇ ਤਬੇਲੇ 'ਚ ਬਿਮਾਰੀ ਪੈਣ ਕਰਕੇ ਸਾਰੇ ਘੋੜੇ ਮਰ ਗਏ। ਉਹ ਨਵੇਂ ਘੋੜੇ ਖਰੀਦਣ ਲਈ ਰਾਜਾ ਆਗਿਆ ਨਹੀਂ ਦਿੰਦਾ। ਵਜ਼ੀਰ ਬੜਾ ਚਿੰਤਤ ਹੋਇਆ। ਰਾਜੇ ਨੂੰ ਕਹਿਣ ਲੱਗਾ ਕਿ ਹੇ ਰਾਜਨ, ਇਸ ਤਰ੍ਹਾਂ ਤੇਰਾ ਰਾਜ ਪ੍ਰਬੰਧ ਨਹੀਂ ਚੱਲ ਸਕਦਾ। ਤੂੰ ਆਪਣਾ ਰਾਜ ਗਵਾ ਬੈਠੇਗਾ। ਜਿਸ ਰਾਜੇ ਕੋਲ ਫੌਜ ਨਹੀਂ ਉਹ ਰਾਜਾ ਕਾਹਦਾ। ਇਸ ਲਈ ਘੋੜੇ ਤਾਂ ਖਰੀਦਣੇ ਹੀ ਪੈਣਗੇ। ਤੈਨੂੰ ਜੋ ਵਿਆਸ ਰਿਸ਼ੀ ਜੀ ਨੇ ਕਿਹਾ ਕਿ ਘੋੜੀ ਨਾ ਖਰੀਦੀ, ਜੇ ਖਰੀਦੇਗਾ ਤਾਂ ਤੇਰੀ ਮੌਤ ਦਾ ਕਾਰਨ ਬਣੇਗੀ। ਆਪਾਂ ਘੋੜੀ ਨਹੀਂ ਖਰੀਦ, ਪਰ ਘੋੜੇ ਤਾਂ ਖਰੀਦ ਸਕਦੇ ਹਾਂ ਨਾ। ਘੋੜੇ ਖਰੀਦਣ ਦਾ ਰਾਜੇ ਨੇ ਹੁਕਮ ਦੇ ਦਿੱਤਾ। ਵਜ਼ੀਰ ਨੇ ਘੋੜੇ ਖਰੀਦ ਲਏ। ਇੱਕ ਵਾਰੀ ਇੱਕ ਘੋੜਿਆਂ ਦਾ ਸੁਦਾਗਰ ਅਤਿਅੰਤ ਸੁੰਦਰ ਘੋੜੀ ਲੈ ਕੇ ਆਇਆ। ਘੋੜੀ ਤੇ ਸੁਹਾਪਣ ਕੁਦਰਤ ਨੇ ਐਸਾ ਬਣਾਇਆ ਹੋਇਆ ਸੀ ਕਿ ਜਿਸ ਨੂੰ ਦੇਖ ਕੇ ਰਾਜਾ ਘੋੜੀ ਖਰੀਦੇ ਬਿਨਾਂ ਰਹਿ ਨਾ ਸਕਿਆ। ਹੁਣ ਜੇ ਆਪਾਂ ਸੋਚੀਏ ਵੀ ਹੈ ਤਾਂ ਡੰਗਰ ਪਸ਼ੂ ਹੀ, ਰਾਜੇ ਦਾ ਕਿਵੇਂ ਚਿੱਤ ਕੀਤਾ ਵੀ ਇਹਨੂੰ ਖਰੀਦ ਲਈਏ। ਉਦੋਂ ਘੋੜੇ ਤੇ ਘੋੜੀਆਂ ਅਸਵਾਰੀ ਵਾਸਤੇ ਵਰਤੀਆਂ ਜਾਂਦੀਆਂ ਸਮਾਂ ਹੀ ਐਸਾ ਸੀਗਾ। ਅੱਜ ਜਿਵੇਂ
ਸੋਹਣੀ ਕਾਰ ਵੇਖ ਕੇ ਬੰਦਾ ਡੁੱਲ ਜਾਂਦਾ ਵੀ ਇਹ ਮੇਰੇ ਪਾਸ ਹੋਣੀ ਚਾਹੀਦੀ ਹੈ। ਤੇ ਇਸ ਤਰੀਕੇ ਦੇ ਨਾਲ ਉਹ ਸਵਾਰੀ ਦਾ ਸਾਧਨ ਸੀਗਾ ਕੁਦਰਤੀ। ਉਹ ਖਰੀਦੇ ਬਿਨਾਂ ਰਹਿ ਨਾ ਸਕਿਆ। ਖਰੀਦਣ ਵੇਲੇ ਵਜ਼ੀਰ ਨੇ ਕਿਹਾ, ਮਹਾਰਾਜ ਤੁਸੀਂ ਤਾਂ ਘੋੜੀ ਖਰੀਦਣੀ ਨਹੀਂ ਸੀਗੀ, ਆਪਦੇ ਗੁਰੂ ਦੇ ਹੁਕਮ ਤੋਂ ਉਲਟ ਚੱਲ ਰਹੇ ਹੋ। ਉਹਨਾਂ ਆਖਿਆ ਸੀ ਘੋੜੀ ਨਾ ਖਰੀਦੀ। ਰਾਜੇ ਨੇ ਕਿਹਾ ਕੋਈ ਗੱਲ ਨਹੀਂ, ਆਪਾਂ ਇੱਥੇ ਚੜਾਂਗੇ ਨਹੀਂ, ਵੈਸੇ ਹੀ ਤਬੇਲੇ ਦਾ ਸ਼ਿੰਗਾਰ ਰੱਖਾਂਗੇ। ਬੜੀ ਦੇਰ ਤੱਕ ਉਹ ਤਬੇਲੇ ਵਿੱਚ ਖੜੀ ਰਹੀ। ਇੱਕ ਦਿਨ ਰਾਜੇ ਦੇ ਮਨ ਵਿੱਚ ਆਈ, ਇਸ ਦੇ ਖਰੀਦਣ ਦਾ ਕੀ ਫਾਇਦਾ ਹੋਇਆ ਜੇ ਸਵਾਰੀ ਨਾ ਕੀਤੀ। ਚਲੋ ਇੱਕ ਵਾਰੀ ਤਾਂ ਸਵਾਰੀ ਕਰਕੇ ਵੇਖ ਲਈਏ ਤੇ ਆਪਾਂ ਛੇਤੀ ਹੀ ਮੁੜ ਆਵਾਂਗੇ। ਰਾਜਾ ਉਹਦੇ ਤੇ ਸਵਾਰ ਹੋ ਕੇ ਸ਼ਿਕਾਰ ਨੂੰ ਚਲਾ ਗਿਆ, ਇਹ ਸੋਚ ਕੇ ਇਹਨੂੰ ਦਰਿਆ ਵੱਲ ਨਹੀਂ ਜਾਣ ਦਿਆਂਗਾ। ਦਰਿਆ ਵੱਲ ਘੋੜੀ ਆਪਣੀ ਆਪ ਖਿੱਚ ਕੇ ਲੈ ਗਈ। ਕੁਦਰਤੀ ਕਿਨਾਰੇ ਤੇ ਜਾ ਕੇ ਰਾਜੇ ਨੂੰ ਇੰਨੀ ਸੁਸਤੀ ਪੈ ਗਈ ਕਿ ਥਕਾਨ ਲਾਉਣ ਵਾਸਤੇ ਉਹ ਹੱਥ ਮੂੰਹ ਧੋ ਕੇ ਤੇ ਪਾਣੀ ਧਾਣੀ ਪੀ ਕੇ ਜਾਂ ਠੰਡਾ ਹੋ ਗਿਆ ਤੇ ਮੁੜ ਕੇ ਕਿਸੇ ਦਰਖਤ ਦੇ ਹੇਠ ਬੈਠ ਕੇ ਉਹ ਸੌਂ ਹੀ ਗਿਆ। ਤਾਂ ਦਰਿਆ ਦੇ ਵਿੱਚੋਂ ਘੋੜਾ ਨਿਕਲਿਆ। ਉਹ ਘੋੜੀ ਨੂੰ ਮਿਲਿਆ ਜਿਸ ਤੇ ਸਮਾਂ ਪਾ ਕੇ ਕਾਲੀ ਕੰਨਾਂ ਵਾਲਾ ਚਿੱਟੇ ਰੰਗ ਦਾ ਵਸ਼ੀਰਾ ਪੈਦਾ ਹੋਇਆ। ਫਿਰ ਉਸ ਦੀ ਪਾਲਣਾ ਕੀਤੀ। ਜਦ ਵੱਡਾ ਹੋਇਆ ਤਾਂ ਉਸ ਨੂੰ ਛੱਡ ਕੇ ਦਿਗਵਿਜੇ ਕੀਤੀ। ਫਿਰ ਰਾਸੂ ਜੱਗ ਵਿੱਚ 18 ਗੋਤਰਾਂ ਦੇ ਬ੍ਰਾਹਮਣ ਬੁਲਾਏ ਤਾਂ ਕਾਸ਼ੀ ਵਾਲੇ ਰਾਜੇ ਦੀ ਪੁੱਤਰੀ ਨਾਲ ਜਿਹੜੀ ਦਾਸੀ ਆਈ ਸੀ ਤੇ ਉਹ ਪਟਰਾਣੀ ਸੀ, ਉਹ ਜਦ ਲੰਗਰ ਪਾਣੀ ਵਰਤਾ ਰਹੀ ਸੀ ਉਸਦੇ ਸਰੂਪ ਤੇ ਲਵਾਇਮਾਨ ਹੋ ਕੇ ਰਾਜੇ ਨੇ ਜਿਹਨੂੰ ਪਟਰਾਣੀ ਬਣਾਇਆ, ਲੰਗਰ ਵਰਤਾਉਂਦੀ ਨੂੰ ਹਰ ਵਾਰ ਸਾੜੀ ਬਦਲ ਕੇ ਆਉਂਦੀ ਦੇਖ ਕੇ ਬ੍ਰਾਹਮਣਾਂ ਦੇ ਨੌਜਵਾਨ ਲੜਕੇ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਕਿ ਉਹੀ ਰਾਣੀ ਹੈ ਜਾਂ ਬਦਲ ਬਦਲ ਕੇ ਆਉਂਦੀ ਹੈ। ਇੱਕ ਸ਼ਰਾਰਤੀ ਮੁੰਡੇ ਨੇ ਬ੍ਰਾਹਮਣਾਂ ਦੇ ਲੜਕੇ ਨੇ ਲੰਗਰ ਛਕਦਿਆਂ ਹੋਇਆਂ ਖੀਰ ਦਾ ਛਿੱਟਾ ਰਾਣੀ ਦੇ ਪੈਰਾਂ ਤੇ ਪਾਤਾ। ਜਦ ਉਹ ਸਾੜੀ ਬਦਲ ਕੇ ਆਈ ਤਾਂ ਸਾਰੇ ਹੱਸ ਪਏ ਕਿ ਇੱਕ ਰਾਣੀ ਹੀ ਵਾਰ-ਵਾਰ ਕੱਪੜੇ ਬਦਲ ਕੇ ਆਉਂਦੀ ਪਈ ਹੈ। ਇਹ ਵੀ ਮੰਨਿਆ ਜਾਂਦਾ ਕਿ ਹਵਾ ਨਾਲ ਉਸ ਦਾ ਜੋ ਸਾੜੀ ਵਾਲਾ ਬਸਤਰ ਸੀ ਥੋੜ੍ਹਾ ਜਿਹਾ ਉੱਡ ਕੇ ਸਰੀਰ ਤੋਂ ਉੱਪਰ ਨੂੰ ਚਲਾ ਗਿਆ। ਉਹਦੇ ਬੇਪਰਦ ਹੋਣ ਕਰਕੇ ਬ੍ਰਾਹਮਣ ਹੱਸੇ ਸੀਗੇ ਤੇ ਰਾਣੀ ਦੇ ਸ਼ਿਕਾਇਤ ਕਰਨ ਦੇ ਰਾਜੇ ਨੇ ਕ੍ਰੋਧ ਵਿੱਚ ਆ ਕੇ 18 ਗੋਤਰਾਂ ਦੇ ਬ੍ਰਾਹਮਣਾਂ ਨੂੰ ਅੱਗ ਦੇ ਵਿੱਚ ਸੁੱਟ ਕੇ ਜਿਹੜਾ ਹਵਨ ਕੁੰਡ ਸੀਗਾ ਉਹਦੇ ਸੁੱਟ ਕੇ ਮਾਰ ਮੁਕਾਇਆ। ਜੈਸਾ ਕਿ ਗੁਰਬਾਣੀ ਵਿੱਚ ਹੋਰ ਥੇ ਵੀ ਲਿਖਿਆ ਹੋਇਆ ਪ੍ਰਭਾਤੀ ਰਾਗ ਵਿੱਚ, ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ, ਤਿਨ ਕਰ ਜਾਗੀ 18 ਗਾਏ, ਕੀਰਤਨ ਚੱਲੇ ਚਲਾਇਆ। ਇਸ ਪ੍ਰਕਾਰ ਜਦੋਂ ਰਾਜੇ ਕੋਲੋਂ ਸਭ ਕੁਝ ਹੋ ਗਿਆ ਤਾਂ ਰਾਜੇ ਦੇ ਜਿਸਮ ਤੇ ਕੋੜ ਹੋ ਗਿਆ। ਬ੍ਰਾਹਮਣਾਂ ਦੇ ਮਾਰਨ ਤੋਂ ਪਾਪ ਲੱਗਾ, ਜਿਸ ਕਰਕੇ ਰਾਜਾ ਕੋੜੀ ਹੋ ਕੇ ਬਹੁਤ ਹੀ ਜ਼ਿਆਦਾ ਰੋਇਆ। ਇਉਂ ਗੁਰੂ ਤੋਂ ਬੇਮੁਖ ਹੋਣ ਕਾਰਨ ਜਨਮੇਜਾ ਰਾਜਾ ਭੁੱਲਿਆ ਤੇ ਇਸ ਇੱਕ ਬਚਨ ਨਾ ਮੰਨਣ ਕਾਰਨ ਇੱਕ ਇਸਤਰੀ ਦੇ ਕਾਰਨ ਪਾਪੀ ਹੋ ਗਿਆ ਸੀਗਾ, ਜਿਸ ਕਰਕੇ ਬਹੁਤ ਜ਼ਿਆਦਾ ਰੋਇਆ। ਉਹ ਜਣੇ ਜੇ ਕੋਈ ਹੱਸ ਵੀ ਪਿਆ ਤਾਂ ਤੂੰ ਲੰਗਰ ਪਾਣੀ ਛਕਾ, ਹੱਥ ਪੱਲਾ ਜੋੜ ਦੇ ਉਹਨਾਂ ਨੂੰ ਵਾਪਸ ਭੇਜ ਦੇ, ਉਹਨਾਂ ਕਿਹੜਾ ਹਮੇਸ਼ਾ ਰਹਿਣਾ ਉੱਥੇ। ਪਰ ਨਹੀਂ, ਗੁੱਸੇ 'ਚ ਆ ਕੇ ਪਾਪ ਹੋਇਆ। ਫਿਰ ਹੰਕਾਰ ਤੇ ਆ ਕੇ ਵਿਆਸ ਲਿਖੀ ਦੇ ਚਰਨੀ ਲੱਗਿਆ। ਵਿਆਸ ਜੀ ਨੇ ਕਿਹਾ ਕਿ ਕਥਾ ਦੇ ਕਿਤੇ ਸ਼ੰਕਾ ਨਾ ਕਰੀ, ਮੈਂ ਤੈਨੂੰ ਪਹਿਲਾਂ ਦੱਸ ਦਿੰਦਾ ਹੀ ਇਹ ਤੇਰੇ ਨਾਲ ਹੋਣੀ ਵਾਪਰਨੀ ਹੈ, ਪਰ ਤੂੰ ਵੀਰ ਬਣ ਕੇ ਸੁਣੀ ਜਾਈ, ਸੱਤ ਕਰਕੇ ਮੰਨਣਾ, ਇਹੀ ਸ਼ਰਧਾਲੂ ਦਾ ਕੰਮ ਹੁੰਦਾ। ਵਿਆਸ ਜੀ ਨੇ 18 ਪਰਬਾਂ ਵਾਲਾ ਜਦ ਮਹਾਂਭਾਰਤ ਸੁਣਾਇਆ, ਸੁਣਦਿਆਂ ਜਦ ਭੀਮ ਸੈਨ ਦਾ ਪ੍ਰਸੰਗ ਆਇਆ ਕਿ ਉਹਨੇ 11-12 ਹਾਥੀ ਉੱਚਾਂ ਤੋਂ ਫੜ ਘੁਮਾ ਕੇ ਆਕਾਸ਼ ਨੂੰ ਮਾਰੇ ਤੇ ਉਹ ਅਜੇ ਤੱਕ ਵਾਪਸ ਨਹੀਂ ਆਏ, ਆਕਾਸ਼ ਵਿੱਚ ਹੀ ਘੁੰਮ ਰਹੇ ਨੇ। ਤਾਂ ਰਾਜੇ ਨੇ ਸ਼ੰਕਾ ਕੀਤੀ ਵੀ ਕਿਵੇਂ ਹੋ ਸਕਦਾ, ਹਾਥੀ ਆਕਾਸ਼ ਨੂੰ ਚੜ੍ਹਾਤੇ, ਇੰਜ ਨਹੀਂ ਹੋ ਸਕਦਾ, ਮੈਂ ਨਹੀਂ ਮੰਨਦਾ।
ਜੇ ਕੋਈ ਬੰਦਾ ਪੁੱਛੇ ਵੀ ਜੇ ਤੂੰ ਨਹੀਂ ਮੰਨਦਾ ਤੇਰੇ ਨਾ ਮੰਨਣ ਨਾਲ ਕੋਈ ਘਾਟਾ ਪੈ ਜਾਊਗਾ, ਨਹੀਂ ਮੰਨਦਾ ਨਾ ਮੰਨ। ਪਰ ਉਹਦੇ ਨਾ ਮੰਨਣ ਕਰਕੇ ਉਹਨੂੰ ਜ਼ਰੂਰ ਘਾਟਾ ਪਿਆ। ਸਾਰਾ ਜਿਹੜਾ ਕੋੜ ਸੀਗਾ ਕਥਾ ਸੁਣਨ, ਬਾਕੀ ਸਰੀਰ ਤਾਂ ਨਵਨਰੂਆ ਹੋ ਗਿਆ ਸੀ, ਪਰ ਨੱਕ ਤੇ ਜਿਉਂਦਾ ਤਿਉਂ ਕੋੜ ਰਹਿ ਗਿਆ। ਇਸੇ ਕੋੜ ਕਰਕੇ ਰਾਜੇ ਜਨਮੇਜੇ ਦੀ ਮੌਤ ਹੋ ਗਈ ਸੀ। ਧੰਨ ਗੁਰੂ ਮਹਾਰਾਜ ਤੇ ਧੰਨ ਗੁਰੂਆਂ ਦੀ ਬਾਣੀ, ਜਿਹੜੀ ਸਾਧ ਸੰਗਤ ਜੀ ਉਹ ਇਨਸਾਨ ਨੂੰ ਤੰਦਰੁਸਤ ਕਰਦੀ ਹੈ। ਦੁਖੀਏ ਕਹਿੰਦੇ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਤੋਂ ਰਾਏ ਬਲਵੰਤ ਦੇ ਸੱਤੇ ਰਬਾਬੀ ਨੂੰ ਕੋੜ ਹੋ ਗਿਆ ਸੀ, ਕਿਉਂਕਿ ਉਹਨਾਂ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ ਸੀ। ਕੇਸਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਸਾਡੀ ਕੁੱਲ ਦਾ ਮਰਾਸੀ ਮਰਦਾਨਾ ਹੋਣ ਕਰਕੇ ਕੀਰਤਨ ਹੁੰਦਾ ਸੀ, ਤਾਂ ਦੁਨੀਆ ਗੁਰੂ ਸਾਹਿਬ ਨੂੰ ਮੱਥਾ ਟੇਕਦੀ ਸੀ। ਅੱਜ ਵੀ ਕਈ ਵਾਰ ਬਾਬਿਆਂ ਦੇ ਮਨਾਂ 'ਚ ਭੁਲੇਖਾ ਪੈ ਜਾਂਦਾ। ਬਾਬੇ ਸੋਚਦੇ ਨੇ ਵੀ ਆਪਾਂ ਚਿਮਟੇ ਖੜਕਾਉਂਦੇ ਆ ਜਾਂ ਸਾਡਾ ਬਾਬਾ ਕਥਾ ਬੜੀ ਸੋਹਣੀ ਕਰਦਾ ਤੇ ਤਾਂ ਖਬਰਿਆ ਗੁਰਦੁਆਰੇ ਸੰਗਤ ਆਉਂਦੀ ਹੈ। ਇੰਜ ਬਿਲਕੁਲ ਸੋਚਣਾ ਮਨਮਤ ਤੇ ਮਨਮੁਖਾਂ ਦਾ ਕੰਮ ਹੈ। ਗੁਰੂ ਸਾਹਿਬ ਤਾਂ ਬੜੇ ਮਹਾਨ ਨੇ। ਗੁਰਦੁਆਰਾ ਤਾਂ ਸਾਡੇ ਜੰਮਣ ਤੋਂ ਪਹਿਲਾਂ ਦਾ ਬਣਿਆ ਹੋਇਆ। ਮੈਂ ਤਾਂ ਹਮੇਸ਼ਾ ਹੀ ਸੋਚਦਾ ਅੱਜ ਤੱਕ ਕਦੋਂ ਜੰਮੇ ਤੇ ਗੁਰਦੁਆਰੇ ਹੀ ਪਲੇ ਤੇ ਇੱਥੋਂ ਹੀ ਸਭ ਕੁਝ ਮਿਲਿਆ। ਤੇ ਜੇ ਹੰਕਾਰ ਪਿਆ ਬੰਦਾ ਕਰੇ, ਫਜ਼ੂਲ ਦੀਆਂ ਬਾਤਾਂ ਨੇ, ਕਮਲਾ ਬੰਦਾ ਜੋ ਮਰਜ਼ੀ ਬੋਲੀ ਜਾਏ, ਅਸਰ ਨਹੀਂ ਕਰੀਦਾ। ਤੇ ਗੁਰੂ ਗ੍ਰੰਥ ਸਾਹਿਬ ਤਾਂ ਮਹਾਨ ਹੀ ਨੇ। ਇਹਨਾਂ ਦਾ ਸਤਿਕਾਰ, ਬਾਬਿਆਂ ਦੀ ਕਥਾ, ਆ ਜਿਹੜੇ ਪਖੰਡੀ ਸਾਧ ਆਪਦੇ ਡੇਰੇ ਬਣਾਈ ਫਿਰਦੇ ਨੇ, ਸਾਧ ਅਖਵਾਉਣਾ ਤਾਂ ਕੀ ਗੁਰੂ ਬਣ ਕੇ ਬੈਠੇ ਹੋਏ ਨੇ। ਉਹ ਲੋਕਾਂ ਨੂੰ ਇਹੀ ਸਮਝਾਉਂਦੇ ਨੇ ਵੀ ਆਪਾਂ ਕਥਾ ਕਰਦੇ ਹਾਂ ਜਾਂ ਕੁਛ ਵੀ ਬੋਲਦੇ ਹਾਂ ਤਾਂ ਗੁਰੂ ਦੀ ਬਾਣੀ ਦਾ ਜਾਂ ਗੁਰੂ ਦਾ ਸਤਿਕਾਰ ਹੈ। ਇਹ ਭੁਲੇਖਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਨੇ। ਕਲਗੀਧਰ ਮਹਾਰਾਜ ਨੇ ਆਪ ਦਸਾਂ ਪਾਤਸ਼ਾਹਾਂ ਦੀ ਜੋਤ ਇਹਨਾਂ 'ਚ ਅਰਦਾਸ ਕਰਕੇ ਪ੍ਰਵੇਸ਼ ਕੀਤੀ ਹੈ। ਤੇ ਗੁਰਤਾ ਗੱਦੀ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਾਡਾ ਕੰਮ ਦਾ ਮਰਾਸੀਆਂ ਵਾਲਾ। ਤੁਹਾਨੂੰ ਪਤਾ ਹੀ ਨਾ, ਜਦ ਕੋਈ ਧੀ ਪੁੱਤ ਦਾ ਵਿਆਹ ਹੋਏ ਤੇ ਮੰਗਣ ਵਾਲੇ ਆਉਂਦੇ ਨੇ, ਕੀ ਕਰਦੇ ਨੇ, ਉਹਨਾਂ ਦੀ ਕੁੱਲ ਦਾ ਸਜਰਾ ਪੜ੍ਹ ਕੇ ਉਹਨਾਂ ਦੀ ਉਸਤਤੀ ਕਰਦੇ ਨੇ, ਬਜ਼ੁਰਗਾਂ ਦਾ ਨਾਮ ਲੈ ਲੈ ਕੇ। ਜਾਂ ਰਾਜੇ ਮਹਾਰਾਜਿਆਂ ਦਰਬਾਰਾਂ ਦੇ ਵਿੱਚ ਮਰਾਸੀ, ਜਿਨ੍ਹਾਂ ਨੂੰ ਢਾਡੀ ਕਹਿੰਦੇ, ਗਾਉਣ ਵਾਲੇ ਆਉਂਦੇ, ਉਹਨਾਂ ਰਾਜਿਆਂ ਦੀ ਉਸਤਤੀ ਕਰਨੀ। ਜਿਹੜੀ ਸਾਡੀ ਜਾਤ ਹੈ ਇਹ ਮੰਗਤਿਆਂ ਤੇ ਮਰਾਸੀਆਂ ਦੀ ਹੈ, ਬੋਲਣ ਵਾਲਿਆਂ ਦੀ। ਬੋਲਣ ਵਾਲਾ ਗੁਰੂ ਨਹੀਂ ਜੀ ਹੁੰਦਾ। ਬੋਲਦਾ ਤਾਂ ਅੱਜ ਕੱਲ੍ਹ ਮੋਬਾਈਲ ਵੀ ਹੈ, ਜਿੰਨੀ ਮਰਜ਼ੀ ਆਵਾਜ਼ ਕਰ ਲਓ, ਆ ਲਾ ਕੇ ਬੜੇ ਬੜੇ ਸਪੀਕਰ। ਤੇਰੇ ਪਿੱਛੇ ਰੇਡੀਓ ਬੋਲਦਾ ਸੀਗਾ, ਤਾਂ ਉਹ ਬੋਲਣ ਵਾਲਾ ਗੁਰੂ ਨਹੀਂ ਹੁੰਦਾ। ਇਹ ਤਾਂ ਟੀਵੀ ਗੁਰੂ ਬਣ ਗਿਆ। ਤੇਰੀ ਸੋਹਣੀ ਕਥਾ ਸੁਣਾਉਂਦਾ, ਵੇਖੋ ਆਉਂਦਾ ਕਿ ਨਹੀਂ ਕੀਰਤਨ ਉਹਦੇ ਚੋਂ। ਪਰ ਸਾਧ ਸੰਗਤ ਜੀ ਉਹ ਟੀਵੀ ਗੁਰੂ ਥੋੜੋ ਆ, ਉਹ ਤਾਂ ਪੁਰਜੇ ਨੇ, ਇੱਕ ਟੈਕਨੋਲੋਜੀ ਹੈ। ਮੋਬਾਈਲ ਗੁਰੂ ਥੋੜੋ ਆ। ਗੁਰੂ ਤਾਂ ਗੁਰੂਆਂ ਦੀ ਬਾਣੀ ਹੈ, ਜੋ ਉਹ ਸਾਧਨ ਰਾਹੀਂ ਆਪਾਂ ਸਰਵਣ ਕਰ ਰਹੇ ਹਾਂ। ਇਸ ਵਾਸਤੇ ਜੇ ਮੂੰਹ ਬੋਲ ਰਿਹਾ ਜਾਂ ਬਾਬੇ ਨੂੰ ਕੋਈ ਅਕਲ ਆ ਗਈ ਸੰਗਤ 'ਚ ਰਹਿ ਕੇ, ਇਹ ਥੋੜਾ ਵੀ ਉਹ ਗੁਰੂ ਹੀ ਬਣ ਗਿਆ। ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨ ਕਰ ਰਾਖੀ ਮੇਰੀ। ਇਸ ਲਈ ਇਹਨਾਂ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ ਤੇ ਇਹਨਾਂ ਨੂੰ ਹੋ ਗਿਆ ਕੋੜ। ਮਹਾਰਾਜ ਨੇ ਆਖਿਆ ਵੀ ਤੁਸੀਂ ਫਿੱਟ ਗਏ ਹੋ। ਬੰਦਾ ਪੁੱਛੇ ਵੀ ਹੈ ਤਾਂ ਮਰਾਸੀ ਹੋਈ, ਗੁਰਦੁਆਰੇ ਆ ਗਏ, ਤੁਹਾਨੂੰ ਹੰਕਾਰ ਹੋ ਗਿਆ। ਤੋ ਸੱਚਮੁੱਚ ਹੀ ਇਹਨਾਂ ਦਾ ਸਰੀਰ ਕੋੜੀ ਤੇ ਕਲੰਗੀ ਹੋ ਗਿਆ। ਅੱਖੀਆਂ ਪਣਕ ਲੱਗੀਆਂ, ਰੋਂਦਿਆਂ ਨੂੰ ਸਾਰੇ ਦਰਵਾਜ਼ੇ ਬੰਦ ਕਰ ਲੈਣ, ਭੁੱਖੇ ਮਰ ਲੱਗੇ। ਮੰਗਦੇ ਮੰਗਦੇ ਲਾਹੌਰ ਚਲੇ ਗਏ। ਉੱਥੋਂ ਦਾ ਇੱਕ ਭਾਈ ਲੱਧਾ ਪਰਉਪਕਾਰੀ, ਉਹਦੇ ਦਰਵਾਜ਼ੇ ਤੇ ਗਏ, ਬੰਦ ਉਹਨੇ ਵੀ ਕਰ ਲਿਆ। ਫਿਰ ਇਹਨੇ ਬੜੀ ਮਿਹਨਤਾਂ ਕੀਤੀਆਂ ਕਿ ਤੂੰ ਪਰਉਪਕਾਰੀ ਹੈ, ਸਾਡੀ ਬੇਨਤੀ ਸੁਣ। ਫਿਰ ਉਹਨੇ ਦਰਵਾਜ਼ਾ ਖੋਲ੍ਹਿਆ, ਆਖਿਆ ਵੀ ਮੈਨੂੰ ਦੋਸ਼ ਲੱਗੂਗਾ,
ਤੁਸੀਂ ਗੁਰੂ ਤੋਂ ਬੇਮੁਖ ਬੰਦੇ ਹੋ। ਫਿਰ ਉਹਦੀ ਸਿਫਾਰਿਸ਼ ਪਾ ਕੇ ਉਹਨੇ ਆਪ ਦਾ ਮੂੰਹ ਆਪ ਕਾਲਾ ਕੀਤਾ, ਮਹਾਰਾਜ ਦਾ ਬਚਨ ਪੂਰਾ ਕੀਤਾ। ਖੋਤੇ ਤੇ ਕਿਰਾਏ ਤੇ ਉਹ ਲੈ ਕੇ ਖੋਤਾ ਚੜ੍ਹ ਕੇ ਤੇ ਪਿੱਛੇ ਬੱਚੇ ਮਗਰ ਲਾ ਲਏ। ਇੰਜ ਸਾਧ ਸੰਗਤ ਜੀ ਸਾਹਿਬਾਂ ਦਾ ਬਚਨ ਪੂਰਾ ਕਰਕੇ ਉਹਨਾਂ ਦੀ ਸਿਫਾਰਿਸ਼ ਪਾਈ ਤੇ ਫਿਰ ਮਹਾਰਾਜ ਕਹਿਣ ਲੱਗੇ ਵੀ ਜਿਸ ਮੂੰਹ ਨਾਲ ਨਿੰਦਿਆ ਕੀਤੀ ਹੈ ਉਸੇ ਮੂੰਹ ਨਾਲ ਉਸਤਤੀ ਕਰੋ। ਰਾਮਕਲੀ ਦੀ ਇਹ ਪਹਿਲੀ ਵਾਰ ਚੱਲ ਰਹੀ ਹੈ, ਤੀਸਰੀ ਵਾਰ ਇਹਨਾਂ ਸੱਤੇ ਤੇ ਬਲਵੰਡੇ ਦੀ ਹੈ। ਸਾਰਾ ਕੋੜ ਸਤਿਗੁਰਾਂ ਦੀ ਉਸਤਤੀ ਕਰਨ ਤੋਂ, ਵਾਰ ਉਚਾਰਨ ਤੋਂ ਇਹਨਾਂ ਦਾ ਖਤਮ ਹੋ ਗਿਆ। ਫਿਰ ਜਿਹੜੇ ਦਾਗ ਸੀਗੇ ਮਰ ਕਹਿੰਦੇ ਕਿ ਇਸ਼ਨਾਨ ਕਰੋ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, 8 ਪੈਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਦੁੱਖ ਭੰਜਨੀ ਮੇਰੀ ਹੇਠ, ਰਾਮਦਾਸ ਸਰੋਵਰ ਨਾਤੇ, ਸਭ ਤੇਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸਨਾਨਾ, ਗੁਰ ਪੂਰਾ ਕੀਨੇ ਦਾਨਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਸਰੋਵਰ 'ਚ ਇਸ਼ਨਾਨ ਕਰਕੇ ਇਹਨਾਂ ਦਾ ਸਾਰਾ ਸਰੀਰ ਨੰਬਰ ਹੋ ਗਿਆ ਸੀਗਾ। ਇਉਂ ਕਲ ਕਲੇਸ਼ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਦੇ। ਰਾਜਨ ਮੇਜਾ ਖੋਏ ਗਿਆ, ਜਿਹੜਾ ਰਾਜਾ ਜਨਮੇਜਾ ਆਪਦੇ ਗੁਰੂ ਦੇ ਬਚਨ ਵੱਲੋਂ ਭੁੱਲ ਗਿਆ, ਉਹ ਸਾਧ ਸੰਗਤ ਜੀ ਉਹ ਕੋੜੀ ਹੋ ਕੇ ਬਹੁਤ ਜ਼ਿਆਦਾ ਰੋਇਆ ਸੀਗਾ। ਇਸੇ ਕੋੜ ਕਰਕੇ ਇਸ ਦੀ ਮੌਤ ਹੋ ਗਈ। ਕੀ ਕਾਰਨ ਪਾਪੀ ਭਇਆ, ਇੱਕ ਆਪਦੀ ਘਰਵਾਲੀ ਦੇ ਮਗਰ ਲੱਗ ਕੇ ਤੇ ਬ੍ਰਾਹਮਣਾਂ ਦੀ ਹੱਤਿਆ ਕਰਨ ਦੇ ਪਾਪ ਕਰਕੇ ਇਹ ਪਾਪੀ ਹੋਇਆ ਸੀ। ਇੱਕ ਆਪਦੇ ਗੁਰੂ ਰਿਸ਼ੀ ਵੇਦ ਵਿਆਸ ਦਾ ਬਚਨ ਨਾ ਮੰਨਣੇ ਕਰਕੇ ਇਹ ਪਾਪੀ ਹੋ ਗਿਆ। ਵਹ ਸਿੱਖ ਮਸਾਇਕ ਪੀਰ, ਮੁਸਲਮਾਨਾਂ ਦੇ ਵਿੱਚ ਬਿਰਧ ਜਾਤੀ ਵਾਲੇ ਲੋਕਾਂ ਨੂੰ ਸ਼ੇਖ ਬੋਲਦੇ ਨੇ, ਮਸਾਇਕ ਮਿਹਨਤਾਂ ਕਰਨ ਵਾਲੇ, ਤੇ ਪੀਰ ਸਾਧਕ ਲੋਕ ਤੇ ਪੀਰ ਆਦਿਕ ਵੀ ਮਾਰੇ ਕਹਿੰਦੇ ਰੋਂਦੇ ਹਨ। ਅੰਤ ਕਾਲ ਮਤ ਲਾਗੈ ਭੀੜ, ਕਿ ਅੰਤ ਅਖੀਰ ਦੇ ਸਮੇਂ ਮਤਾ ਸਾਨੂੰ ਕੋਈ ਕਾਲ ਦੀ ਭੀੜ ਬਿਪਤਾ ਲੱਗ ਜਾਵੇ। ਵਹ ਰਾਜੇ ਕੰਨ ਪੜਾਏ, ਕੰਨ ਪੜਾ ਕੇ ਭਾਵ ਕੰਨਾਂ 'ਚ ਮੁੰਦਰਾਂ ਪਾ ਕੇ ਭਰਤਰੀ ਤੇ ਗੋਪੀ ਚੰਦ ਆਦਿਕ ਰਾਜੇ ਵੀ ਰੋਂਦੇ ਰਹੇ ਹਨ। ਜਦੋਂ ਹੱਥਾਂ ਵਿੱਚ ਕਹਿੰਦੇ ਠੂਠੇ ਫੜ ਫੜ ਕੇ ਘਰ ਘਰ ਮੰਗ ਹੈ ਭਿਖਿਆ ਜਾਏ, ਘਰਾਂ ਘਰਾਂ ਵਿੱਚ ਜਾ ਕੇ ਭਿਖਿਆ ਮੰਗਦੇ ਸਨ ਤਾਂ ਮੰਗਦੇ ਹੋਏ ਰੋਂਦੇ ਸਨ ਕਿ ਵੇਖੋ ਅਸੀਂ ਏਡੇ ਏਡੇ ਵੱਡੇ ਰਾਜੇ ਦਾਨ ਕਰਦੇ, ਵਾਰਾ ਨਹੀਂ ਸੀ ਆਉਂਦਾ, ਕਿੰਨੀਆਂ ਲੈਣਾ ਮੰਗਤੀਆਂ ਦੀਆਂ ਲੱਗੀਆਂ ਰਹਿੰਦੀਆਂ, ਬੜੀਆਂ ਬੜੀਆਂ ਰਾਣੀਆਂ ਸੇਵਾ ਵਾਲੀਆਂ, ਗਰਮ ਠੰਡਾ ਜੋ ਚੀਜ਼ ਚਾਹੀਦੀ ਉਸੇ ਵੇਲੇ ਸੇਵਾ 'ਚ ਹਾਜ਼ਰ ਹੁੰਦਾ। ਤੇ ਵੇਖੋ ਹੁਣ ਮੰਗਣਾ ਪੈ ਰਿਹਾ। ਇਉਂ ਗੋਰਖ ਨੇ ਕੰਨ ਪਾੜ ਕੇ ਮੁੰਦਰਾਂ ਤਾਂ ਪਾਈਆਂ ਸਨ ਕਿ ਜੇ ਵਾਪਸ ਜਾਣਗੇ ਇਹਨਾਂ ਨੂੰ ਸ਼ਰਮ ਆਊਗੀ। ਫਿਰ ਰੋਣ ਤੋਂ ਬਗੈਰ ਕੁਝ ਵੀ ਇਹਨਾਂ ਦੇ ਹੱਥ ਨਹੀਂ ਆਇਆ। ਅਰਥਾਤ ਕਿਸੇ ਸਮੇਂ ਵਿੱਚ ਚਿੱਤ ਡੋਲਣੇ ਕਰਕੇ ਰੋਂਦੇ ਨੇ, ਜਿਵੇਂ ਭਰਤਰੀ ਰਾਜ ਛੱਡ ਕੇ ਜੋਗੀ ਹੋ ਕੇ ਤਪ ਕਰਦਾ ਸੀਗਾ। ਪਰ ਇੱਕ ਦਿਨ ਬੀਰਜਪਾਤ ਹੋਇਆ ਤਾਂ ਤਪ ਦੀ ਨਿਸਫਲਤਾ ਜਾਣ ਕੇ ਬਹੁਤ ਜ਼ਿਆਦਾ ਰੋਇਆ। ਜਦ ਜੋਗ ਛੱਡ ਕੇ ਘਰ ਨੂੰ ਚੱਲਣ ਲੱਗਾ ਤਾਂ ਰਸਤੇ 'ਚ ਗੋਰਖ ਮਿਲਿਆ ਤੇ ਕਹਿਣ ਲੱਗਾ ਕਿ ਭੋਜਨ ਥੋੜਾ ਖਾਣਾ ਸੀਗਾ ਕਿਉਂਕਿ ਬਹੁਤ ਭਰਿਆ ਹੋਇਆ ਹੀ ਉਛਲਦਾ ਹੈ, ਜਾਂ ਅੰਮ੍ਰਿਤ ਵੇਲਾ 3 ਵਜੇ ਤੋਂ ਬਾਅਦ ਮਹਾਰਾਜ ਦੇ ਨਾਮ ਦਾ ਬਾਣੀ ਦਾ ਵੇਲਾ ਸ਼ੁਰੂ ਹੋ ਜਾਂਦਾ, ਜਿਹੜਾ ਬੰਦਾ ਉੱਠ ਕੇ ਇਸ਼ਨਾਨ ਨਾ ਕਰੇ। ਇਸ ਤਰ੍ਹਾਂ ਫਿਰ ਅੰਮ੍ਰਿਤ ਵੇਲੇ ਹੀ ਸੇ ਢਿੱਲਾ ਮੱਠਾ ਹੁੰਦਾ ਹੈ। ਕਿਰਪਨ ਸੰਚਹਿ ਧਨ ਜਾਈ, ਉਦੋਂ ਸੋਮਪੁਰਖ ਬਹੁਤ ਰੋਂਦੇ ਨੇ ਜਦੋਂ ਉਹਨਾਂ ਦਾ ਇਕੱਠਾ ਕੀਤਾ ਹੋਇਆ ਧਨ ਹੋਰ ਪੁੰਨੀ ਪੁਰਖਾਂ ਦੇ ਕੋਲ ਚਲਿਆ ਜਾਂਦਾ ਹੈ। ਪੰਡਤ ਰੂਹ ਹੈ ਗਿਆਨ ਗਵਾਏ, ਕਿਤਾਬੀ ਗਿਆਨ ਨੂੰ ਗਵਾ ਕੇ ਪੰਡਿਤ ਵਿਦਵਾਨ ਪੁਰਖ ਵੀ ਬਹੁਤ ਰੋਂਦੇ ਨੇ।
ਇੱਕ ਗੰਗੇ ਤੇਲੀ ਦੀ ਗੱਲ ਜ਼ਿਕਰ ਆਉਂਦਾ ਹੈ ਕਿ ਰਾਜੇ ਭੋਜ ਦੀ ਨਗਰੀ ਵਿੱਚ ਇੱਕ ਪੰਡਤ ਸਾਰੇ ਦਿਗਵਿਜੇ ਕਰਦਾ ਹੋਇਆ ਆਇਆ ਅਤੇ ਆ ਕੇ ਸਾਰੇ ਸ਼ਹਿਰ ਵਿੱਚ ਢੰਡੋਰਾ ਫੈਲਾ ਦਿੱਤਾ ਕਿ ਮੇਰੇ ਨਾਲ ਸਾਰੇ ਪੰਡਤ ਆ ਕੇ ਚਰਚਾ ਕਰਨ, ਨਹੀਂ ਤਾਂ ਮੈਨੂੰ ਸਾਰੇ ਆਪਣੇ ਗ੍ਰੰਥ ਦੇ ਦੇਣ। ਇਹ ਗੱਲ ਸੁਣ ਕੇ ਸਾਰੇ ਪੰਡਤਾਂ ਨੇ ਇਕੱਠੇ ਹੋ ਕੇ ਸੋਚਿਆ ਕਿ ਹੁਣ ਕੀ ਕਰਨਾ ਚਾਹੀਦਾ। ਆਪਸ ਵਿੱਚ ਵਿਚਾਰ ਕਰਨ ਲੱਗੇ ਕਿ ਆਪਾਂ ਇਕੱਠੇ ਹੋ ਕੇ ਗੰਗੇ ਤੇਲੀ ਕੋਲ ਚਲੀਏ, ਜੋ ਇੱਕ ਅੱਖੋਂ ਖਾਣਾ, ਉਹਨੂੰ ਜਾ ਕੇ ਕਹੀਏ ਤੇ ਕਿ ਤੂੰ ਪੰਡਤ ਨਾਲ ਚਰਚਾ ਕਰ। ਜੇ ਜਿੱਤ ਗਿਆ ਤਾਂ ਆਪਣੀ ਜਿੱਤ ਹੋ ਜਾਏਗੀ, ਜੇਕਰ ਹਾਰ ਗਿਆ ਤਾਂ ਕਹਿ ਦਿਆਂਗੇ ਵੀ ਇਹ ਕਿਹੜਾ ਸਾਡੇ ਵੱਲੋਂ ਆਇਆ ਸੀਗਾ। ਇਉਂ ਪੰਡਤਾਂ ਨੇ ਆਪਸ ਵਿੱਚ ਵਿਚਾਰ ਕਰਕੇ ਗੰਗੇ ਤੇਲੀ ਕੋਲ ਜਾ ਕੇ ਬੇਨਤੀ ਕੀਤੀ ਕਿ ਪੰਡਤ ਰਾਜੇ ਦੀ ਸਭਾ ਚਰਚਾ ਕਰਨੀ ਬਾਹਰੋਂ ਆਇਆ ਹੈ, ਉਸ ਨਾਲ ਆਪ ਜੀ ਨੇ ਚਰਚਾ ਕਰਨੀ ਹੈ। ਗੰਗਾ ਤੇਲੀ ਕਹਿਣ ਲੱਗਾ ਕਿ ਠੀਕ ਹੈ, ਮੈਂ ਉਸ ਨਾਲ ਚਰਚਾ ਕਰਾਂਗਾ। ਉਸ ਵੇਲੇ ਗੰਗੇ ਤੇਲੀ ਦੇ ਸਾਫ਼ ਬਸਤਰ ਤੇ ਚੰਗੀ ਜੁੱਤੀ ਪਵਾ ਕੇ ਪੰਡਤ ਨੂੰ ਆਪਦੇ ਨਾਲ ਲੈ ਗਏ। ਜਦ ਨੇੜੇ ਜਾ ਕੇ ਪਹੁੰਚੇ ਤਾਂ ਗੰਗੇ ਤੇਲੀ ਨੇ ਪੈਰਾਂ ਚੋਂ ਜੁੱਤੀ ਉਤਾਰ ਕੇ ਇੱਕ ਬਹੁਤ ਹੀ ਸੋਹਣੇ ਰੇਸ਼ਮੀ ਸਾਫ਼ ਬਸਤਰ 'ਚ ਲਪੇਟ ਕੇ ਆਪਦੀ ਕੱਛੇ ਮਾਰ ਲਈ। ਜਦ ਪੰਡਤ ਦੇ ਪਾਸ ਪਹੁੰਚਿਆ ਤਾਂ ਕਰਮਚਾਰੀ ਪੰਡਤ ਨੇ ਕਿਹਾ ਕਿ ਹੇ ਪੰਡਤ ਜੀ, ਕਿੰਗ ਪੁਸਤਕ ਬਗਲਨ, ਇਹ ਤੁਹਾਡੀ ਬਗਲ ਦੇ ਵਿੱਚ ਕੀ ਹੈ? ਤਾਂ ਗੰਗੇ ਤੇਲੀ ਨੇ ਕਿਹਾ ਕਿ ਕੰਟਕ ਚੂਰ ਪੁਰਾਣ, ਕਿ ਕੰਟਕ ਚੂਰ ਪੁਰਾਣ ਹੈ। ਕੰਟਕ ਕਹਿੰਦੇ ਨੇ ਕੰਡੇ ਨੂੰ, ਕੰਡਾ ਹੁੰਦਾ ਹਉਮੈ ਦਾ, ਮਤਲਬ ਜਿਹੜਾ ਬੰਦਾ ਬੋਲਣਾ ਬੰਦ ਨਾ ਕਰੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਵੀ ਉਹਦੇ ਬੂਥੇ ਤੇ ਜੁੱਤੀ ਮਾਰੋ, ਸਿਰ 'ਚ ਜੁੱਤੀ ਮਾਰੋ। ਮੂਰਖ ਗੰਢ ਪਵੈ ਮੋਹੇ ਮਾਰ, ਮੂਰਖ ਦੇ ਮੂੰਹ ਤੇ ਜੁੱਤੀ ਮਾਰਨ ਤੋਂ ਫਿਰ ਪ੍ਰੇਮ ਦੀ ਗੰਢ ਪੈ ਜਾਏਗੀ, ਫਿਰ ਉਹਦੀ ਜ਼ੁਬਾਨ ਫਿਰ ਬੰਦ ਹੋਊਗੀ, ਨਹੀਂ ਤਾਂ ਬੋਲੀ ਜਾਊਗਾ। ਇਉਂ ਕੰਟਕ ਚੂਰ ਪੁਰਾਣ ਗ੍ਰੰਥ ਹੈ, ਮਤਲਬ ਚਰਨ ਉਦਾਸੀ ਹੈ। ਪੰਡਤ ਨੇ ਵਿਚਾਰਿਆ ਕਿ 18 ਪੁਰਾਣਾਂ ਚੋਂ ਤਾਂ ਇਹ ਪੁਰਾਣ ਮੈਂ ਨਾ ਸੁਣਿਆ ਨਾ ਪੜ੍ਹਿਆ ਹੈ ਨਹੀਂ। ਸੋਚਣ ਲੱਗਾ ਵੀ ਇਹ ਮੈਥੋਂ ਵੀ ਕੋਈ ਭਾਰੀ ਵਿਦਵਾਨ ਹੈ ਜਿਹਨੇ ਆਪਣੇ ਤਜਰਬੇ ਨਾਲ ਨਵਾਂ ਹੀ ਪੁਰਾਣ ਕੱਢ ਮਾਰਿਆ, ਇਹਦੀ ਆਪ ਦੀ ਰਚਨਾ ਹੋਊਗੀ। ਫਿਰ ਕਰਮਚਾਰੀ ਪੰਡਤ ਨੇ ਕਿਹਾ ਕਿ ਆਪ ਪ੍ਰਤੱਖ ਚਰਚਾ ਕਰਨੀ ਚਾਹੁੰਦੇ ਹੋ ਕਿ ਜਾਂ ਇਸ਼ਾਰੇ ਨਾਲ? ਤਦ ਗੰਗੇ ਤੇਲੀ ਨੇ ਕਿਹਾ ਕਿ ਜਿਵੇਂ ਆਪ ਜੀ ਦੀ ਮਰਜ਼ੀ ਹੋਵੇ ਉਸੇ ਤਰ੍ਹਾਂ ਕਰੋ। ਉਹਨੇ ਕਿਹਾ ਕਿ ਸੈਨਤ ਦੀ ਚਰਚਾ ਹੀ ਹੋਵੇਗੀ। ਸਾਧ ਸੰਗਤ ਜੀਓ, 3 ਪ੍ਰਕਾਰ ਦਾ ਗਿਆਨ ਹੈ, 3 ਪ੍ਰਕਾਰ ਦੀ ਵਿਦਿਆ। ਇੱਕ ਤਾਂ ਊੜਾ ਐੜਾ, ਜਿਹੜਾ ਸਾਡੇ ਸਨਮੁਖ ਲਿਖਿਆ ਹੋਇਆ ਅੱਖਰੀ ਗਿਆਨ, ਅੱਖਰਾਂ ਦੁਆਰਾ ਸਮਝ ਆਉਂਦੀ ਹੈ। ਦੂਸਰਾ ਹੈ ਅਕਾਊਂਟ, 1 2 3 10 ਤੱਕ ਆਦਿ ਗਿਣਦੇ, ਸੋ ਮੈਥ ਵਾਲਾ ਗਿਆਨ, ਹਿਸਾਬ ਕਿਤਾਬ। ਤੀਸਰਾ ਹੈ ਇਸ਼ਾਰੀ ਗਿਆਨ, ਅੱਖਾਂ ਦੇ ਇਸ਼ਾਰੇ ਨਾਲ ਜਾਂ ਹੱਥ ਦੇ ਇਸ਼ਾਰੇ ਨਾਲ ਆਪਾਂ ਕਿਸੇ ਨੂੰ ਆਵਾਜ਼ ਮਾਰਦੀ ਅੰਦਰੋਂ, ਇਹ ਵੀ ਇੱਕ ਪ੍ਰਕਾਰ ਦਾ ਗਿਆਨ ਹੈ, ਇੱਕ ਪ੍ਰਕਾਰ ਦੀ ਵਿਦਿਆ ਹੈ। ਉਹ ਕਹਿਣ ਲੱਗਾ ਕਿ ਇਸ਼ਾਰੀ ਗਿਆਨ ਦੀ ਚਰਚਾ ਹੋਵੇਗੀ, ਇਸ਼ਾਰੀ ਗਿਆਨ ਦੇ ਰਾਹੀਂ ਚਰਚਾ ਹੋਏਗੀ। ਤਦ ਪੰਡਤ ਨੇ ਵਿਚਾਰਿਆ ਕਿ ਜੇਕਰ ਇਸ਼ਾਰੇ ਨਾਲ ਚਰਚਾ ਹੋਵੇ ਬਹੁਤ ਚੰਗਾ। ਉਸ ਵੇਲੇ ਪੰਡਤ ਨੇ ਇੱਕ ਉਂਗਲ ਖੜੀ ਕੀਤੀ। ਪੰਡਤ ਨੇ ਤਾਂ ਕਿਹਾ ਸੀ ਕਿ ਇੱਕੋ ਬ੍ਰਹਮ ਹੀ ਹੈ, ਪਰ ਗੰਗੇ ਤੇਲੀ ਨੇ ਸਮਝਿਆ ਵੀ ਇਹ ਉਂਗਲ ਚੱਕਦਾ ਤੇ ਕਹਿੰਦਾ ਵੀ ਮੈਂ ਤੇਰੀ ਰਹਿੰਦੀ ਅੱਖ ਵੀ ਕੱਢ ਦਿਆਂਗਾ। ਇਹ ਸਮਝ ਕੇ ਗੰਗੀ ਤੇਲੀ ਨੇ 2 ਉਂਗਲਾਂ ਖੜੀਆਂ ਕਰਤੀਆਂ, ਮੈਂ ਤੇਰੀਆਂ 2 ਅੱਖਾਂ ਕੱਢ ਦਿਆਂਗਾ। ਪਰ ਪੰਡਤ ਨੇ ਅੰਤਰੀ ਭਾਵੇ ਸਮਝਿਆ ਕਿ ਇਹ ਕਹਿੰਦਾ ਵੀ ਇੱਕ ਨਿਰਗੁਣ ਸਰੂਪ ਹੈ, ਦੂਜਾ ਸਰਗੁਣ ਸਰੂਪ ਹੈ। ਉਹਦਾ ਗਿਆਨ ਹੀ ਉਹਨੂੰ ਮਾਰੀ ਗਿਆ। ਉਹ ਮਾਇਆ ਸਬਲ ਹੋ ਕੇ ਸਰਗੁਣ ਸਰੂਪ ਹੈ, ਇਹ ਸਮਝ ਕੇ ਪੰਡਤ ਨੇ 5 ਉਂਗਲਾਂ ਖੜੀਆਂ ਕਰ ਦਿੱਤੀਆਂ। ਉਹਨੇ ਤਾਂ ਅੰਤਰੀ ਭਾਵ ਦੇ ਵਿੱਚ ਕਿਹਾ ਕਿ 5 ਤੱਤਾਂ ਨੂੰ ਮਿਲਾ ਕੇ ਸਰਗੁਣ ਸਰੂਪ ਹੈ, ਪਰ ਗੰਗੇ ਤੇਲੀ ਨੇ ਸਮਝਿਆ ਵੀ ਇਹ ਕਹਿੰਦਾ ਵੀ ਮੈਂ ਤੇਰੇ ਚਪੇੜ ਮਾਰੂੰਗਾ। ਇਹ ਸਮਝ ਕੇ ਗੰਗੇ ਤੇਲੀ ਨੇ ਸਾਰਾ ਹੱਥ ਸੰਕੋਚ ਕੇ ਮੁੱਠ ਬੰਦ ਕਰ ਲਈ, ਇੱਕ ਸੁੰਨ ਵਟਿਆ
ਤੇ ਕਸੁੰਨ ਵੱਟ ਕੇ ਸਮਝਾਵੇ ਕਿ ਮੈਂ ਤੇਰੇ 32 ਦੇ 32 ਦੰਦ ਬਾਹਰ ਕੱਢ ਜਾਊਂਗਾ। ਪਰ ਪੰਡਤ ਅੰਤਰੀ ਭਾਵ ਵਿੱਚ ਇਹ ਸਮਝਿਆ ਕਿ ਕਹਿੰਦਾ ਹੈ 5 ਤੱਤ ਤੇ 25 ਪ੍ਰਕਿਰਤੀ ਇਕੱਠੇ ਕਰਕੇ ਹੀ ਸਰਗੁਣ ਸਰੂਪ ਹੈ। ਬਸ ਇੰਨੇ ਜੀ ਗੰਗੇ ਤੇਲੀ ਦੀ ਜੈ ਜੈਕਾਰ ਹੋ ਗਈ ਤੇ ਰਾਜੇ ਭੋਜ ਨੇ ਗੰਗੇ ਤੇਲੀ ਦੀ ਜਿੱਤ ਦੇ ਡੰਕੇ ਵਜਾ ਦਿੱਤੇ। ਇਉਂ ਪੰਡਤ ਰਾਜੇ ਭੋਜ ਦੀ ਸਭਾ ਦੇ ਵਿੱਚ ਕਿਤਾਬੀ ਗਿਆਨ ਨੂੰ ਗਵਾ ਕੇ ਬੜਾ ਰੋਇਆ ਸੀਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਖੀ ਲਿਖੀ ਹੈ, ਤੁਸੀਂ ਆਉਣਾ ਕਿਉਂ ਵੀ ਐਵੇਂ ਚੁਟਕਲਾ ਜਿਹਾ ਹੀ ਘੜ ਕੇ ਸੁਣਾਤਾ। ਕਥਾ ਗੁਰਬਾਣੀ ਦੀ ਅੰਮ੍ਰਿਤ ਵੇਲੇ ਦੀ ਹੈ, ਆਪਾਂ ਇੰਜ ਨਹੀਂ ਸੁਣਾਉਂਦੇ ਹਾਂ। ਜੋ ਕੁਝ ਲਿਖਿਆ ਹੈ ਉਹੀ ਪੜ੍ਹ ਕੇ ਸੁਣਾਈਦਾ ਹੈ। ਤੋ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਗੋਸ਼ਟ ਗੰਗੇ ਤੇਲੀ ਹੈ ਪੰਡਤ ਨਰ ਹੋਵੇ ਜਗ ਦੇਖੈ। ਗੰਗੇ ਤੇਲੀ ਦੀ ਗੋਸ਼ਟ ਪੰਡਤ ਨਾਲ ਰਾਜੇ ਭੋਜ ਦੀ ਸਭਾ ਵਿੱਚ ਹੋਈ ਤੇ ਜੱਗ ਨੇ ਦੇਖਿਆ। ਸਾਡੇ ਪਿੰਡ ਇੱਕ ਭਗਵੇਂ ਕੱਪੜਿਆਂ ਵਾਲਾ ਜੋਗੀ ਬਾਬਾ ਹੁੰਦਾ ਸੀਗਾ। ਉਹ ਇਸ ਤਰ੍ਹਾਂ ਦੀਆਂ ਸਾਖੀਆਂ ਰਾਜੇ ਭੋਜ ਦੀਆਂ ਪੜ੍ਹ ਪੜ੍ਹ ਕੇ ਸੁਣਾਇਆ ਕਰਦਾ। ਖੜੀ ਕਰੇ ਕੰਗੁਲੀ ਗੰਗਾ ਦੋਏ ਵਿਖਾਲੇ ਰੇਖੈ। ਉਹ ਇੱਕ ਉਂਗਲੀ ਖੜੀ ਕੀਤੀ ਉਹਨੇ ਤੇ ਗੰਗੇ ਤੇਲੀ ਨੇ 2 ਕੀਤੀਆਂ। ਫਿਰ ਉਹ ਚਾਹੇ 5 ਉਂਗਲਾਂ ਗੰਗਾ ਮੋਠੇ ਹਿਲਾਏ ਅਲੇਖੈ। ਫਿਰ ਪੰਡਤ ਨੇ 5 ਉਂਗਲਾਂ ਖੜੀਆਂ ਕਰ ਦਿੱਤੀਆਂ 5 ਤੱਤਾਂ ਦਾ ਭਾਵ। ਫਿਰ ਗੰਗੇ ਤੇਲੀ ਨੇ ਆਪਦੀ ਮੁੱਠ ਬਣਾ ਕੇ ਕਸੁੰਨ ਵੱਟਿਆ। ਪੈਰੀਂ ਪੈ ਉੱਠ ਚੱਲਿਆ ਪੰਡਤ ਹਾਰ ਭੁਲਾਏ ਭੇਖੈ। ਫਿਰ ਪੰਡਤ ਪੈਰੀਂ ਪੈ ਗਿਆ ਭੁਲੇਖੇ ਵਿੱਚ ਹੀ ਆਪਦੇ ਆਪ ਨੂੰ ਹਾਰਿਆ ਮੰਨ ਲਿਆ। ਨਿਰਗੁਣ ਸਰਗੁਣ ਅੰਗ ਦੋਏ ਪਰਮੇਸ਼ਰ 5 ਮਿਲਨ ਸਰੇਖੈ। ਇਉਂ ਨਿਰਗੁਣ ਦੇ ਸਰਗੁਣ 2 ਸਮਝੇ ਤੇ 5 ਪ੍ਰਕਿਰਤੀਆਂ ਮਿਲ ਕੇ ਹੀ ਤੇ ਮਾਇਆ ਸਬਲ ਹੋ ਕੇ ਸੰਸਾਰ ਦੀ ਰਚਨਾ ਕਰਦੀਆਂ। ਤੋ ਅੱਖੀ 2 ਹੈ ਭੰਨਸਾ ਮੁੱਕੀ ਲਾਏ ਹਲਾਏ ਨਮਿਖੈ। ਤੇ ਉਂਗਲਾਂ ਤੋਂ ਭਾਵ ਅੱਖਾਂ ਕੱਢਣ ਦਾ ਲਿਆ ਤੇ ਮੁੱਕੇ ਤੋਂ ਤੇ ਉਹਨੇ ਨਾ ਆਖਿਆ ਵੀ ਮੈਂ ਮੁੱਕਾ ਮਾਰ ਕੇ ਤੇਰੇ ਦੰਦ ਭੰਨਾਂਗਾ। ਉਹਨੇ ਦੂਸਰਾ ਸਮਝ ਲਿਆ ਕਿ ਉਹ ਮੂਰਖ ਪੰਡਤ ਸੁਰਤ ਵਸਿੱਖ ਹੈ। ਕਈ ਵਾਰ ਪੰਡਤ ਵੀ ਮੂਰਖ ਬਣ ਜਾਂਦੇ ਨੇ, ਇਸ ਲਈ ਨਾਮ ਜਪਣ ਦੀ ਆਗਿਆ ਹੈ। ਪੰਡਤ ਰੋਵਹਿ ਗਿਆਨ ਗਵਾਏ। ਉਹ ਰਾਜੇ ਭੋਜ ਦੀ ਸਭਾ ਵਿੱਚ ਪੰਡਤ ਗਿਆਨ ਗਵਾ ਕੇ ਬੜਾ ਰੋਇਆ ਸੀ। ਬਾਲੀ ਰੋਵੈ ਨਾਹੀ ਪਤਾਰ। ਪਤੀ ਦੇ ਨਾਮ ਮਿਲਣੇ ਕਰਕੇ ਪਤ ਵਰਤਾ ਧਰਮ ਤੋਂ ਹੀਣੀ ਬਾਲੀ ਨਾਮ ਇਸਤਰੀ ਦਾ ਉਹ ਰੋਂਦੀ ਰਹਿੰਦੀ ਹੈ। ਜਾਂ ਮੰਦ ਕਰਮ ਵਾਲੀ ਜਾਂ ਪੁੰਨਾਂ ਤੋਂ ਹੀਣੀ ਇਸਤਰੀ ਪਤੀ ਦੇ ਨਾਮ ਮਿਲਣੇ ਕਰਕੇ ਰੋਂਦੀ ਹੈ। ਇਸੇ ਪ੍ਰਕਾਰ ਬਾਲੀ ਰੋਵੈ ਨਾਹੀ ਪਤਾਰ। ਜਦ ਸੁਗਰੀਵ ਦੇ ਭਰਾ ਬਾਲੀ ਨੂੰ ਸ੍ਰੀ ਰਾਮਚੰਦਰ ਜੀ ਨੇ ਬਾਣ ਨਾਲ ਮਾਰਿਆ ਸੀ ਤਦ ਉਹਦੀ ਪਤਨੀ ਤਾਰਾ ਨੇ ਆਪਣੇ ਪਤੀ ਬਾਲੀ ਦੇ ਨਾਂ ਹੋਣ ਕਰਕੇ ਬਹੁਤ ਰੋਣਾ ਕੀਤਾ ਸੀ। ਇਸੇ ਪ੍ਰਕਾਰ ਬਾਲੀ ਰੋਵੈ ਨਾਹੀ ਪਤਾਰ। ਦੁੱਲੋ ਦੇਵੀ ਨਾਮੀ ਬਾਲੀ ਇਸਤਰੀ ਵੀ ਮਹਾਕਾਲ ਰੂਪ ਪਤੀ ਦੇ ਨਾਮ ਮਿਲਣੇ ਕਰਕੇ ਰੋਈ ਸੀ। ਅਰਥਾਤ ਜਦ ਇਹਨੇ ਪ੍ਰਣ ਕਰ ਲਿਆ ਸੀ ਕਿ ਮਹਾਕਾਲ ਨਾਲ ਹੀ ਸ਼ਾਦੀ ਕਰਨੀ ਹੈ ਤਾਂ ਮਹਾਕਾਲ ਨੇ ਕਿਹਾ ਸੀ ਕਿ ਜਿਸ ਵੇਲੇ ਤੂੰ ਸਵਾਸ ਬੀਰਜ ਦੈਂਦ ਨੂੰ ਮਾਰੇਂਗੀ ਤਾਂ ਤੂੰ ਮੈਨੂੰ ਵਰੇਂਗੀ। ਉਸ ਵੇਲੇ ਦੁੱਲੋ ਦੇਵੀ ਸ਼ਸਤਰਾਂ ਨੂੰ ਸਜਾ ਕੇ ਰਣ ਕਰਨ ਨੂੰ ਚੱਲ ਪਈ। ਯੁੱਧ ਤਾਂ ਬਹੁਤ ਕੀਤਾ ਵਿਚਾਰੀ ਨੇ ਪਰ ਸਵਾਸ ਬੀਰਜ ਦੈਂਦ ਨੂੰ ਮਾਰ ਨਾ ਸਕੀ। ਫਿਰ ਹੀ ਦੁਸ਼ਟ ਦਮਨ ਜੀ ਪੈਦਾ ਹੋਏ। ਜਦ ਉਹਨਾਂ ਦੁੱਲੋ ਦੇਵੀ ਭੱਜੀ ਜਾਂਦੀ ਦੇ ਮਗਰ ਦੌੜਨਾ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਮਿਲੇ ਤੇ ਉਹਨਾਂ ਨੂੰ ਪੁੱਛਿਆ ਤੇ ਮਾਰੇ ਕਹਿੰਦੇ ਉਹ ਰੱਬ ਦੀ ਭਗਤ ਨਹੀਂ ਹੈ, ਉਹਨੂੰ ਤੁਸੀਂ ਮਾਰ ਨਹੀਂ ਸਕੋਗੇ। ਕਹਿੰਦੇ ਤੂੰ ਵੀ ਉਹਦੇ ਨਾਲ ਰਲਿਆ ਹੋਇਆ, ਪਹਿਲਾਂ ਤੈਨੂੰ ਹੀ ਦੇਖਦੇ ਆ। ਬੇਅਦਬੀ ਕਰਨ ਲੱਗੇ ਤਾਂ ਗੁਰੂ ਸਾਹਿਬ ਨੇ ਖੜੇ ਹੋ ਕੇ ਆਪ ਦਾ ਆਸਣ ਝਾੜਿਆ ਸ਼ੇਰ ਦੀ ਖੱਲ। ਦੁਸ਼ਟ ਦਮਨ ਜੀ ਮਹਾਰਾਜ ਦੇ ਤਪ ਤੇਜ ਵਿੱਚੋਂ ਪ੍ਰਗਟ ਹੋਏ, ਜਿਨ੍ਹਾਂ ਨੇ ਦੈਂਦਾਂ ਨੂੰ ਪੁੱਛਾਂ ਤੋਂ ਘੁਮਾ ਘੁਮਾ ਸੁੱਟਿਆ। ਮਹਾਨ ਯੁੱਧ ਕਰਕੇ ਉਹਨਾਂ ਨੂੰ ਖਤਮ ਕੀਤਾ। ਫਿਰ ਦੁੱਲੋ ਦੇਵੀ ਆ ਕੇ ਚਰਨੀ ਬਈ, ਕਹਿੰਦਾ ਜੀ ਮੈਨੂੰ ਵਰੋ। ਮਹਾਰਾਜ ਕਹਿੰਦੇ ਵੀ ਤੂੰ ਬਚਨ ਤਾਂ ਨਿਭਾ ਨਹੀਂ ਸਕੀ। ਕਹਿੰਦੇ ਜੀ ਕਿਰਪਾ ਕਰੋ। ਫਿਰ ਗੁਰੂ ਸਾਹਿਬ ਕਹਿਣ ਲੱਗੇ ਕਿ ਤੂੰ ਭਗਤੀ ਕਰ, ਮੈਂ ਵੀ ਤਪ ਕਰਦਾ ਹਾਂ। ਕਲਯੁਗ ਦੇ ਵਿੱਚ ਅਸੀਂ ਪ੍ਰਗਟ ਹੋਵਾਂਗੇ, ਉਦੋਂ ਤੋਂ
ਇਸਤਰੀ ਦੇ ਜਾਮੇ ਵਿੱਚ ਆਈ, ਫਿਰ ਤੇਰੀ ਭਾਵਨਾ ਪੂਰੀ ਕਰਾਂਗੇ। ਸੋ ਮਾਤਾ ਸਾਹਿਬ ਦੀਵਾਨ ਕੌਰ ਜੀ ਖਾਲਸੇ ਦੇ ਮਾਤਾ ਜੀ ਬਣੇ ਤੇ ਗੁਰੂ ਸਾਹਿਬ ਨੇ ਆਪਦੇ ਘਰ ਇਹਨੂੰ ਬਿਨਾਂ ਸ਼ਾਦੀ ਤੋਂ ਤੇ ਆਪਦੇ ਘਰ ਨਿਵਾਸ ਦਿੱਤਾ ਤੇ ਪੁੱਤਰ ਦੀ ਭਾਵਨਾ ਹੋਣ ਤੋਂ ਖਾਲਸਾ ਪੰਥ ਹੈ ਤਾਂ ਮਾਤਾ ਅਜੀਤ ਕੌਰ ਨੇ ਪਤਾਸੇ ਪਾਏ। ਅਸਲੀ ਮਾਤਾ ਅਜੀਤ ਕੌਰ ਤੇ ਗੁਰੂ ਗੋਬਿੰਦ ਸਿੰਘ ਪਿਤਾ ਜਿਹਦੀ ਝੋਲੀ ਪੈ ਗਿਆ ਮਾਂ ਉਹੀ ਹੁੰਦੀ ਹੈ। ਤੋ ਗੁਰੂ ਸਾਹਿਬ ਨੇ ਝੋਲੀ ਪਾਇਆ ਖਾਲਸਾ, ਤੋ ਖਾਲਸੇ ਦੀ ਮਾਤਾ ਸਾਹਿਬ ਦੀਵਾਨ ਕੌਰ। ਇਹ ਦੁੱਲੋ ਦੇਵੀ ਦਾ ਇਤਿਹਾਸ ਹੈ। ਮਹਾਕਾਲ ਪਤੀ ਨਾ ਮਿਲਣ ਕਰਕੇ ਉਹ ਸਤਯੁਗ ਦੇ ਵਿੱਚ ਫਿਰ ਬਹੁਤ ਰੋਈ ਸੀਗੀ। ਇਸੇ ਪ੍ਰਕਾਰ ਬਾਲੀ ਰੋਵੈ ਨਾਹੀ ਪਤਾਰ। ਬਾਲੀ ਨਾਮ ਹੈ ਇਸਤਰੀ ਦਾ। ਜਦ ਉਹਨੂੰ ਕੋਈ ਪਤੀ ਨਾ ਮਿਲਿਆ, ਜੇ ਮਿਲਿਆ ਤੇ ਲਾਵਾਂ ਵਕਤ 21 ਪਤੀ ਚੜ੍ਹਾਈ ਕਰ ਗਏ, ਵਿਚਾਰੀ ਬੜੀ ਰੋਈ। ਇੱਕ ਦਿਵਯ ਉਦਾਸ ਨਾਮ ਕਰਕੇ ਬ੍ਰਾਹਮਣ ਹੋਇਆ ਦਿਵਯ ਉਦਾਸ, ਜੋ ਵਿਦਵਤਾ ਭਰਪੂਰ ਚੰਗੀ ਆਚਰਨ ਵਾਲਾ ਸੀ। ਇਹ ਖੱਟ ਕਰਮੀ ਬ੍ਰਾਹਮਣ ਦੇ ਪ੍ਰਭਾਵ ਨੂੰ ਲੋਕੀ ਕਬੂਲਦੇ ਸਨ। ਪਰਿਵਾਰ ਵਿੱਚ ਵੀ ਇਸਦੇ ਜੀਵਨ ਦਾ ਭੈ ਸੀ। ਇਹਦੇ ਘਰ ਇੱਕ ਲੜਕੀ ਪੈਦਾ ਹੋਈ। ਪੈਦਾ ਹੋਣ ਵਾਲੇ ਹਰ ਬੱਚੇ ਦੇ ਆਪਣੇ ਸੰਸਕਾਰ ਹੋਇਆ ਕਰਦੇ ਨੇ, ਜੋ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਉਹ ਸੰਸਕਾਰ ਨੇ ਜਿਨ੍ਹਾਂ ਦਾ ਰੂਪ ਕੱਚਾ ਮੰਨਿਆ, ਦੂਜੇ ਉਹ ਸੰਸਕਾਰ ਨੇ ਜੋ ਦ੍ਰਿੜ ਭਾਵ ਪੱਕੇ ਸੰਸਕਾਰ ਕਹੇ ਜਾਂਦੇ ਨੇ। ਜੀਵ ਦਾ ਜਨਮਾਂ ਜਨਮਾਤਰਾਂ ਦਾ ਇਕੱਠਾ ਕੀਤਾ ਸੰਸਕਾਰਾਂ ਦਾ ਆਪ ਦਾ ਧਨ ਖਜ਼ਾਨਾ ਹੈ। ਦ੍ਰਿੜ ਸੰਸਕਾਰ ਪਿਛਲੇ ਜਨਮਾਂ ਦੇ ਭਾਵੇਂ ਚੰਗੇ ਹੋਣ ਤੇ ਭਾਵੇਂ ਮੰਦੇ ਹੋਣ, ਪਰ ਇਹ ਬਦਲਿਆ ਨਹੀਂ ਕਰਦੇ। ਇੱਕ ਹੁੰਦੇ ਨੇ ਮਾਂ ਪਿਓ ਵੱਲੋਂ ਮਿਲੇ। ਜਿਵੇਂ ਹਰ ਇੱਕ ਚੀਜ਼ ਦੇ ਪੈਦਾ ਹੋਣੇ 'ਚ ਵੱਖਰਾ ਵੱਖਰਾ ਨਿਯਮ ਹੈ ਤੇ ਉਸ ਨਿਯਮ ਅਧੀਨ ਹੀ ਹਰ ਇੱਕ ਚੀਜ਼ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਸੰਸਕਾਰ ਪੈਦਾ ਹੋਣ ਦੀ ਰੀਤ ਹੈ ਕਿ ਕਿਸੇ ਵੀ ਕਰਮ ਨੂੰ ਵਾਰ-ਵਾਰ ਕਰਨ ਨਾਲ ਸੁਭਾਅ ਬਣਦਾ ਹੈ। ਪਹਿਲਾਂ ਇਹ ਸੁਭਾਅ ਕੱਚੇ ਰੂਪ 'ਚ ਹੁੰਦਾ, ਉਦੋਂ ਨੂੰ ਕੱਚੇ ਸੰਸਕਾਰ ਕਿਹਾ ਜਾਂਦਾ। ਜਦੋਂ ਸੁਭਾਅ ਪੱਕ ਜਾਏ ਤਾਂ ਉਹਦੇ ਸੰਸਕਾਰ ਇੰਨੇ ਦ੍ਰਿੜ ਹੋ ਜਾਂਦੇ ਨੇ ਕਿ ਜਨਮ ਬਦਲਣ 'ਤੇ ਵੀ ਨਹੀਂ ਬਦਲਦੇ। ਗਿਆਨ ਦੀ ਸੂਖਮ ਅੰਸ਼ ਦਾ ਨਾਮ ਸੰਸਕਾਰ ਹੈ। ਇਹ ਸੰਸਕਾਰ ਇੱਕ ਜਨਮ ਤੋਂ ਦੂਜੇ ਤੋਂ ਅਨੇਕਾਂ ਜਨਮਾਂ ਤੱਕ ਅਸਰ ਕਰਦੇ ਨੇ। ਇਸ ਲਈ ਜਦ ਜੀਵ ਜਨਮ ਲੈਂਦਾ, ਕੁਝ ਸੰਸਕਾਰ ਉਹਦੇ ਆਪਣੇ ਹੁੰਦੇ ਨੇ ਜਿਹੜੇ ਪਿੱਛੋਂ ਜਨਮ ਤੋਂ ਲੈ ਕੇ ਆਉਂਦਾ, ਕੁਝ ਮਾਂ ਦੇ ਉਦਰ ਦੇ ਵਿੱਚੋਂ, ਕੁਝ ਪਿਤਾ ਦੇ ਵਿਹੜੇ ਵਿੱਚੋਂ, ਕੁਝ ਅਧਿਆਪਕਾਂ ਦੇ ਕੋਲੋਂ ਨਵੇਂ ਸੰਸਕਾਰ ਬਣਦੇ ਨੇ। ਸੋ ਇਸ ਬ੍ਰਾਹਮਣ ਨੇ ਵੀ ਇਹ ਯਤਨ ਕੀਤਾ ਕਿ ਮੈਂ ਆਪਣੀ ਲੜਕੀ ਨੂੰ ਧਾਰਮਿਕ ਸੰਸਕਾਰ ਦਿਆਂ, ਜਿਸ ਕਰਕੇ ਮੇਰੀ ਬੇਟੀ ਧਰਮ 'ਚ ਪਰਪੱਕ ਹੋ ਕੇ ਲੋਕਾਂ ਲਈ ਇੱਕ ਮਿਸਾਲ ਬਣ ਜਾਏ। ਕਿਉਂਕਿ ਅਨੇਕ ਸੰਤਾਨ ਦਾ ਜਸ ਮਾਂ ਪਿਓ ਨੂੰ ਜਾਂਦਾ ਤੇ ਭੈੜੀ ਸੰਤਾਨ ਦਾ ਅਪਜਸ ਵੀ ਮਾਂ ਪਿਓ ਨੂੰ ਹੀ ਜਾਂਦਾ। ਇਸ ਲਈ ਚੰਗੇ ਮਾਤਾ ਪਿਤਾ ਆਪਣੀ ਸੰਤਾਨ ਨੂੰ ਵੀ ਚੰਗੀ ਬਣਾਉਣ ਦੇ ਯਤਨਾਂ 'ਚ ਰਹਿੰਦੇ ਨੇ। ਇਸ ਬ੍ਰਾਹਮਣ ਨੇ ਵੀ ਯਤਨ ਆਰੰਭਿਆ ਤਾਂ ਪਿਛਲੇ ਜਨਮਾਂ ਦੇ ਭੈੜੇ ਦ੍ਰਿੜ ਸੰਸਕਾਰਾਂ ਦੇ ਕਾਰਨ ਇਹ ਲੜਕੀ ਪ੍ਰੋਪਰ ਧਰਮੀ ਹੋਣ ਦਾ ਦਿਖਾਵਾ ਤਾਂ ਕਰਦੀ ਰਹੀ ਕਿ ਮੇਰਾ ਪਿਤਾ ਨਾਰਾਜ਼ ਨਾ ਹੋਵੇ। ਸਰੀਰ ਦੇ ਜਵਾਨ ਹੋਣ ਨਾਲ ਇਸ ਦੀਆਂ ਭੈੜੀਆਂ ਵਾਸ਼ਨਾਵਾਂ ਵੀ ਜਵਾਨ ਹੋ ਗਈਆਂ। ਇਸ ਦੀਆਂ ਹਰਕਤਾਂ ਨੂੰ ਵੇਖ ਕੇ ਇਸ ਦੇ ਪਿਤਾ ਨੇ ਇਹਦੀ ਸ਼ਾਦੀ ਕਰਨ ਦਾ ਵਿਚਾਰ ਮਨ 'ਚ ਲਿਆ ਤੇ ਇੱਕ ਘਰ ਵਿੱਚ ਇਸ ਦਾ ਰਿਸ਼ਤਾ ਪੱਕਾ ਕਰ ਦਿੱਤਾ। ਜਾਂ ਸ਼ਾਦੀ ਦਾ ਸਮਾਂ ਆਇਆ ਤਾਂ ਫੇਰਿਆਂ ਦੇ ਸਮੇਂ ਉਹਦਾ ਪਤੀ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਫਿਰ ਹੋਰ ਜਗ੍ਹਾ ਰਿਸ਼ਤਾ ਕੀਤਾ ਤਾਂ ਉਹ ਵੀ ਫੇਰਿਆਂ ਦੇ ਸਮੇਂ ਹੀ ਮਰ ਗਿਆ। ਇਸ ਤਰ੍ਹਾਂ ਦੇ 21 ਪਤੀ ਫੇਰਿਆਂ ਦੇ ਸਮੇਂ ਮ੍ਰਿਤੂ ਨੂੰ ਪ੍ਰਾਪਤ ਹੋਏ। ਤਾਂ ਵਿਦਵਾਨ ਬ੍ਰਹਮਣ ਨੇ ਸੋਚਿਆ ਕਿ ਇਸ ਦਾ ਕੋਈ ਪੂਰਬਲਾ ਪਾਪ ਕਰਮ ਹੀ ਐਸਾ ਕੀਤਾ ਹੋਇਆ ਹੈ ਤੇ ਹੋਰ ਬ੍ਰਾਹਮਣ ਤੇ ਭਾਈਚਾਰੇ ਦੇ ਕਹਿਣ ਤੋਂ ਇਹ ਲੜਕੀ ਘਰ ਰੱਖਣ ਦੇ ਯੋਗ ਨਹੀਂ। ਇਹ ਬਹੁਤ ਵੱਡੀ ਪਾਪਣ ਹੈ, ਭੈੜੀ ਸੰਸਕਾਰੀ ਹੈ, ਜਿਸ ਦੇ ਘਰ ਰਹਿਣ ਕਰਕੇ ਸਾਡੀ ਸਾਰੀ ਨਗਰੀ ਦੀ ਬਦਨਾਮੀ ਹੋਏਗੀ। ਇਸ ਲਈ ਇਹਨੂੰ ਜੰਗਲ 'ਚ ਛੱਡ ਦਿਓ। ਸੋ ਬ੍ਰਾਹਮਣ ਨੇ ਇਹ ਲੜਕੀ ਜੰਗਲ 'ਚ ਛੱਡ ਦਿੱਤੀ ਕਿ ਤੂੰ ਪ੍ਰਭੂ ਦਾ ਨਾਮ ਜਪ ਤਾਂ ਤੇਰੇ ਪਾਪਾਂ ਦੀ ਨਿਵਰਤੀ ਹੋਏਗੀ, ਤੇਰਾ ਵੀ ਭਲਾ ਹੋਵੇ ਤੇ ਸਾਨੂੰ ਵੀ ਕੋਈ ਦੋਸ਼ ਨਾ ਲੱਗੇ। ਜਦ ਪਿਤਾ ਨੇ ਇਹਨੂੰ ਜੰਗਲ 'ਚ ਕੱਲੀ ਨੂੰ ਛੱਡ ਦਿੱਤਾ ਤਾਂ ਇਹ ਨਾਮ ਜਪਣ ਦੀ ਥਾਂ ਦੇ ਆਪਣੇ ਆਪ ਨੂੰ ਤੇ ਪਰਮਾਤਮਾ ਨੂੰ ਬੁਰਾ ਭਲਾ ਕਹਿਣ ਲੱਗੀ। ਉੱਚੀ ਉੱਚੀ ਪੁੱਬਾ ਮਾਰ ਕੇ ਰੋਣ ਲੱਗੀ। ਤਾਂ ਇਹਦੇ ਨੇੜੇ ਦਰਖਤ ਤੇ ਇੱਕ ਤੋਤਿਆਂ ਦਾ ਜੋੜਾ ਬੈਠਾ ਸੀਗਾ, ਜਿਨ੍ਹਾਂ ਨੂੰ ਪਿਛਲੇ ਜਨਮ ਦੀ ਗਿਆਤ ਸੀ, ਪਰ ਕਿਸੇ ਪਾਪ ਕਰਕੇ ਇਹ ਜਨਮ ਮਿਲਿਆ ਸੀ। ਇਹਨੂੰ ਰੋਂਦੀ ਨੂੰ ਵੇਖ ਕੇ ਉਹ ਕਹਿਣ ਲੱਗੇ
ਕਿ ਜੋ ਤੈਨੂੰ ਦੁੱਖ ਮਿਲਿਆ ਉਸ ਵਿੱਚ ਪਰਮਾਤਮਾ ਜਾਂ ਤੇਰੇ ਮਾਤਾ ਪਿਤਾ ਦਾ ਕੋਈ ਕਸੂਰ ਨਹੀਂ, ਇਹ ਤੇਰੇ ਕਰਮਾਂ ਦਾ ਦੋਸ਼ ਹੈ। ਦੱਦਾ ਦੋਸ਼ ਨਾ ਦੇਵ ਕਿਸਾ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਤਾਂ ਇਹ ਕਹਿਣ ਲੱਗੀ ਕਿ ਮੈਂ ਸਾਰੀ ਉਮਰ ਕੋਈ ਅਜਿਹਾ ਪਾਪ ਨਹੀਂ ਕੀਤਾ ਜਿਹਦੀ ਮੈਨੂੰ ਇਤਨੀ ਵੱਡੀ ਸਜ਼ਾ ਮਿਲੇ। ਤਾਂ ਤੋਤਿਆਂ ਦੇ ਜੋੜੇ ਨੇ ਕਿਹਾ ਕਿ ਇਸ ਜਨਮ ਦੀ ਗੱਲ ਨਹੀਂ, ਇਹ ਤੇਰੇ ਪਿਛਲੇ ਜਨਮ 'ਚ ਕੀਤੇ ਹੋਏ ਪਾਪ ਕਰਮ ਦਾ ਫਲ ਹੈ। ਸਾਰੀ ਪਿਛਲੇ ਜਨਮ ਦੀ ਵਾਰਤਾ ਉਹ ਲੜਕੀ ਨੂੰ ਸੁਣਾਈ ਕਿ ਪਿਛਲੇ ਜਨਮ ਵਿੱਚ ਵੀ ਤੂੰ ਇੱਕ ਬ੍ਰਾਹਮਣ ਦੀ ਲੜਕੀ ਸੀ। ਜਦ ਜਵਾਨ ਹੋਈ ਤਾਂ ਤੇਰੇ ਪਿਤਾ ਨੇ ਤੇਰੀ ਸ਼ਾਦੀ ਕਰ ਦਿੱਤੀ, ਪਰ ਜਦੋਂ ਤੇਰਾ ਪਿਤਾ ਮਰ ਗਿਆ ਤਾਂ ਤੂੰ ਬੇਵਿਚਾਰਨ ਬਣ ਗਈ ਤੇ ਆਪਦੇ ਭੋਲੇ ਭਾਲੇ ਬ੍ਰਾਹਮਣ ਧਰਮੀ ਪਤੀ ਦਾ ਨਿਰਾਦਰ ਕਰਕੇ ਉਸ ਨੂੰ ਉਹਦੇ ਆਪਣੇ ਘਰ ਵਿੱਚੋਂ ਹੀ ਬਾਹਰ ਕੱਢ ਦਿੱਤਾ। ਫਿਰ ਹੋਰ ਇਸਤਰੀਆਂ ਨੂੰ ਜਦ ਬਜ਼ੁਰਗ ਹੋ ਗਈ ਤਾਂ ਬੇਵਿਚਾਰਨ ਮਨਾਉਣ ਦੇ ਭੈੜੇ ਕਰਮਾਂ 'ਚ ਤੂੰ ਲਗਾਉਂਦੀ ਰਹੀ। ਇਸ ਭੈੜੇ ਕਰਮ ਰੂਪ ਅੱਗ ਨੇ ਕਈਆਂ ਦੇ ਘਰ ਸਾੜ ਸੁੱਟੇ, ਆਪਦਾ ਤੂੰ ਬਰਬਾਦ ਕੀਤਾ। ਕਈਆਂ ਸਤੀਆਂ ਨੂੰ ਆਪਦੇ ਪਤੀਆਂ ਨੂੰ ਵਿਛੋੜ ਕੇ ਉਹਨਾਂ ਦੀਆਂ ਵੱਧ ਸੀਸਾਂ ਲਈਆਂ, ਨਿਆਣਿਆਂ ਦੀਆਂ, ਉਹਨਾਂ ਦੇ ਘਰ ਵਾਲਿਆਂ ਦੀਆਂ। ਤੇਰਾ ਪਤੀ ਜੋ ਘਰੋਂ ਕੱਢਿਆ ਉਹ ਇੱਕ ਚੰਗੇ ਸੁਭਾਅ ਵਾਲਾ ਬ੍ਰਾਹਮਣ ਸੀਗਾ। ਉਹਨੇ ਤੇਰੇ ਤੇ ਤਰਸ ਕਰਕੇ ਤੈਨੂੰ ਭੈੜੇ ਕਰਮਾਂ ਤੋਂ ਰੋਕਣ ਲਈ ਘਰ ਪਰਤ ਕੇ ਤੈਨੂੰ ਸਮਝਾਇਆ ਕਿ ਭੈੜੇ ਕਰਮ ਦਾ ਫਲ ਲੋਕ ਪਰਲੋਕ 'ਚ ਬਹੁਤ ਭੈੜਾ ਹੈ। ਮੈਂ ਆਪਣੇ ਪਤੀ ਪਤਨੀ ਦੇ ਸੰਬੰਧ ਨੂੰ ਮੁੱਖ ਰੱਖ ਕੇ ਤੇਰੇ ਕੋਲ ਵਾਪਸ ਆਇਆ। ਤੇਰਾ ਪਿਤਾ ਕਿ ਧਰਮੀ ਸਮਾਜ ਸਤਿਕਾਰਿਆ ਹੋਇਆ ਪੁਰਖ ਸੀਗਾ, ਤੂੰ ਆਪਦੇ ਪਿਓ ਦੀ ਲਾਜ ਰੱਖ, ਔਰ ਮੇਰਾ ਵੀ ਸਮਾਜ 'ਚ ਚੰਗਾ ਸਤਿਕਾਰ। ਤੂੰ ਕਿਉਂ ਦੋਨਾਂ ਖਾਨਦਾਨਾਂ ਦੀ ਇੱਜ਼ਤ ਮਿੱਟੀ 'ਚ ਬਣਾਉਣ ਲੱਗੀ ਪਈ ਹੈ? ਮਨ 'ਚ ਕਪਟ ਰੱਖ ਕੇ ਉੱਪਰੋਂ ਪਤੀ ਨੂੰ ਭਰੋਸੇ 'ਚ ਲੈ ਲਿਆ ਤੇ ਐਸਾ ਧੋਖਾ ਕੀਤਾ ਕਿ ਰਾਤ ਨੂੰ ਖਾਣੇ 'ਚ ਜ਼ਹਿਰ ਮਿਲਾ ਕੇ ਆਪਦੇ ਸਗੇ ਪਤੀ ਨੂੰ ਮਾਰ ਸੁੱਟਿਆ। ਜਦ ਧਰਮ ਰਾਜੇ ਕੋਲ ਲੇਖਾ ਜੋਖਾ ਹੋਇਆ ਤਾਂ ਤੇਰੇ ਕਰਮਾਂ ਅਨੁਸਾਰ ਇਹ ਸਜ਼ਾ ਤੈਨੂੰ ਧਰਮ ਰਾਜੇ ਨੇ ਦਿੱਤੀ ਹੈ ਕਿ ਆਉਂਦੇ ਜਨਮ ਵਿੱਚ ਤੂੰ ਪਤੀ ਨੂੰ ਤਰਸਦੀ ਰਹੇਂਗੀ, ਪਤੀ ਪ੍ਰਾਪਤ ਨਹੀਂ ਹੋਏਗਾ। ਸੋ ਆਉਂਦੇ ਜਨਮ 'ਚ ਬ੍ਰਾਹਮਣ ਦੀ ਪੁੱਤਰੀ ਤਾਂ ਬਣੀ। ਇਹ ਜੋ ਤੇਰੇ ਪਤੀ ਮਰੇ ਨੇ ਇਹ ਉਹੀ ਪੁਰਖ ਨੇ ਜਿਨ੍ਹਾਂ ਨਾਲ ਤੂੰ ਪਤੀ ਨੂੰ ਤਿਆਗ ਕੇ ਵਿਸ਼ੇ ਰਸ ਨੂੰ ਮਾਣਿਆ। ਪਿਛਲੇ ਕਰਮਾਂ ਅਨੁਸਾਰ ਹੀ ਉਹਨਾਂ ਦੀ ਉਮਰ ਇੰਨੀ ਲਿਖੀ ਸੀ ਕਿ ਉਹ ਸ਼ਾਦੀ ਸਮੇਂ ਮਰਦੇ ਰਹੇ ਤੇ ਤੂੰ ਵੀ ਆਪਣੇ ਕਰਮਾਂ ਦੀ ਸਜ਼ਾ ਪਾ ਰਹੀ ਹੈ। ਹੁਣ ਕਿਸੇ ਨੂੰ ਦੋਸ਼ ਦੇਣ 'ਤੇ ਵੀ ਤੈਨੂੰ ਪਤੀ ਪ੍ਰਾਪਤ ਨਹੀਂ ਹੋਏਗਾ। ਚੰਗਾ ਇਹੀ ਹੈ ਕਿ ਚੌਂਕੜਾ ਮਾਰ ਤੇ ਵਾਹਿਗੁਰੂ 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 ਦਾ ਜਾਪ ਜਪ। ਪਤੀ ਤੋਂ ਬਗੈਰ ਇਸ ਤਰ੍ਹਾਂ ਤੂੰ ਰੋਂਦੀ ਰਹੇਂਗੀ। ਤੋ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਆਪ ਇਹ ਉਦਾਹਰਨ ਦਿੰਦੇ ਹਨ। ਬਾਲੀ ਰੋਵੈ ਨਾਹੀ ਪਧਾਰ। ਮਾੜੇ ਕਰਮਾਂ ਕਰਕੇ ਅੱਜ ਵੀ ਕੋਰਟ ਕਚਹਿਰੀਆਂ ਦੇ ਵਿੱਚ ਅਤੇ ਹੋਰਨਾਂ ਆਪਦੇ ਸਰਕਾਰੀ ਦਰਬਾਰੇ ਥਾਣੇ ਆਦਿਕਾਂ ਦੇ ਵਿੱਚ ਬੀਬੀਆਂ ਰੋਂਦੀਆਂ ਫਿਰਦੀਆਂ ਨੇ ਆਪਦੇ ਕਰਮਾਂ ਨੂੰ। ਕਈ ਜੇਲ੍ਹਾਂ 'ਚ ਸਲਾਖਾਂ ਵਿੱਚ ਵਹਿੰਦੀਆਂ ਨੇ, ਕੋਈ ਜ਼ਮਾਨਤ ਕਰਾਉਣ ਆਊਗਾ ਪਰ ਮਾੜੇ ਕਰਮਾਂ ਦੀ ਸਜ਼ਾ ਤਾਂ ਭੋਗਣੀ ਪੈਂਦੀ ਹੈ। ਤੋ ਇੰਝ ਆਪਦੇ ਧਰਮ ਤੋਂ ਡਿੱਗ ਕੇ ਅਸੂਲਾਂ ਤੋਂ ਨਿੱਘਰ ਕੇ ਉਹ ਕਰਮ ਕਰਨ ਤੋਂ ਇਸਤਰੀ ਨੂੰ ਰੋਣਾ ਪੈਂਦਾ ਹੈ। ਜਿਵੇਂ ਦਿਵਯੋਦਾਸ ਬ੍ਰਾਹਮਣ ਦੀ ਲੜਕੀ ਬਾਲੀ ਨੂੰ ਪਤੀ ਨਾ ਮਿਲਣੇ ਕਰਕੇ ਉਹ ਰੋਂਦੀ ਹੋਈ ਵੇਖੀ ਗਈ। ਨਾਨਕ ਦੁਖੀਆ ਸਭ ਸੰਸਾਰ। ਇੰਝ ਸਤਿਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ ਕਿ ਹੇ ਸ਼ਾਹੂਕਾਰ, ਤੂੰ ਕੀ ਦੁਖੀ ਹੈ? ਸਾਰਾ ਜਗਤ ਦੁੱਖਾਂ 'ਚ ਪਰੋਤਾ ਹੋਇਆ ਹੈ। ਮੰਨੇ ਨਾਉ ਸੋਈ ਜਿਣ ਜਾ, ਸੋਈ ਜਿਣ ਜਾ। ਜਿਹੜਾ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦਾ ਉਹੀ ਸੰਸਾਰ ਵਿੱਚੋਂ ਮਨੁੱਖਾ ਜਨਮ ਰੂਪ ਬਾਜੀ ਨੂੰ ਜਿੱਤ ਕੇ ਜਾ ਸਕਦਾ ਹੈ। ਔਰੀ ਕਰਮ ਨਾ ਲਿਖੈ ਲਾ। ਵਾਹਿਗੁਰੂ ਨਾਮ ਤੋਂ ਬਗੈਰ ਹੋਰ ਕਰਮਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਲਿਖਿਆ ਪ੍ਰਵਾਨਗੀ ਵਿੱਚ ਨਹੀਂ ਲਾਇਆ ਜਾ ਸਕਦਾ, ਨਹੀਂ ਲੱਗਦਾ। ਜਿਸ ਸਮੇਂ ਸਤਿਗੁਰੂ ਜੀ ਨੇ ਉਹ ਸ਼ਾਹੂਕਾਰ ਨੂੰ ਇਹ ਪਾਵਨ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ, ਤਦੋਂ ਉਪਦੇਸ਼ ਸੁਣ ਕੇ ਨਿਹਾਲ ਹੋ ਗਿਆ। ਆਪ ਜੀ ਨੂੰ ਯਾਦ ਹੋਏਗਾ ਕਿ ਉਹ ਦੁਖੀ ਸ਼ਾਹੂਕਾਰ ਨੇ ਦੁੱਖ ਫਰੋਲਿਆ ਸੀਗਾ ਤਾਂ ਮਹਾਰਾਜ ਨੇ ਉਹਨਾਂ ਨੂੰ ਹੌਸਲਾ ਦਿੱਤਾ। ਉਹਨੇ ਸਤਿਗੁਰਾਂ ਦੇ ਚਰਨਾਂ 'ਤੇ ਆਪਣਾ ਸਿਰ ਰੱਖ ਦਿੱਤਾ। ਫਿਰ ਬੇਨਤੀ ਕਰਨ ਲੱਗਾ ਕਿ ਹੇ ਸਤਿਗੁਰੂ ਜੀ, ਤੁਸੀਂ ਮੇਰੇ ਘਰ ਚੱਲੋ ਤੇ ਆਪਣੇ ਚਰਨ ਪਾ ਕੇ ਮੇਰੇ ਘਰ ਨੂੰ ਵੀ ਪਵਿੱਤਰ ਕਰੋ। ਮੇਰੇ ਵੱਡੇ ਭਾਗ ਜਾਗੇ ਜਿਸ ਕਰਕੇ ਤੁਸੀਂ ਮੇਰਾ ਭਲਾ ਕਰਨ ਲਈ ਖੁਦ ਆਪ ਆਏ ਹੋ।
ਉਹਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਦੇ ਘਰ 'ਚ ਗਏ। ਸ਼ਾਹੂਕਾਰ ਨੇ ਬਹੁਤ ਪ੍ਰੇਮ ਕਰਕੇ ਇੱਕ ਸੁੰਦਰ ਪਲੰਘੇ ਤੇ ਗੁਰੂ ਜੀ ਨੂੰ ਬਿਠਾਇਆ, ਫਿਰ ਆਪਦੀ ਘਰਵਾਲੀ ਨੂੰ ਵੀ ਸਤਿਗੁਰਾਂ ਦੇ ਪੈਰੀਂ ਪਾਇਆ। ਉਸ ਵੇਲੇ ਸਤਿਗੁਰੂ ਜੀ ਨੇ ਉਸਦੀ ਪਤਨੀ ਨੂੰ ਵੀ ਉਪਦੇਸ਼ ਦੇ ਕੇ ਨਿਹਾਲ ਕੀਤਾ ਕਿ ਜਿਹੜੀ ਇਸਤਰੀ ਪਤਿਵਰਤਾ ਧਰਮ ਧਾਰਨ ਕਰਕੇ ਜਿਉਂਦੇ ਮਰੇ ਜਾਂ ਰੋਗੀ ਤੇ ਰਾਜੀ ਪਤੀ ਦੇ ਪਿਆਰ 'ਚ ਤੇ ਸੇਵਾ 'ਚ ਰਹਿੰਦੀ ਹੋਈ ਸੀਲ ਸੰਤੋਖ ਰੱਖ ਕੇ ਨਾਮ 'ਚ ਰੰਗੀ ਰਹਿੰਦੀ ਹੈ, ਉਹ ਸਦਗਤੀ ਨੂੰ ਪ੍ਰਾਪਤ ਹੁੰਦੀ ਤੇ ਮੁਕਤੀ ਦਾ ਫਲ ਪਾਉਂਦੀ ਹੈ। ਜਿਵੇਂ ਬੀਬੀ ਰਜਨੀ ਦੀ ਉਦਾਹਰਨ ਸਭਨਾਂ ਵਾਸਤੇ ਇਹ ਇੱਕ ਚਾਨਣ ਮਨਾਰੇ ਦੀ ਤਰ੍ਹਾਂ ਹੈ, ਇੱਕ ਮੀਲ ਪੱਥਰ ਦੀ ਤਰ੍ਹਾਂ ਹੈ, ਜੋ ਅੱਜ ਵੀ ਇਤਿਹਾਸ ਦਾ ਪੱਥਰ ਉਹਦੀ ਯਾਦ ਦਿਲਾਉਂਦਾ ਹੈ। ਉਹਨੇ ਆਪਦੇ ਕੋੜੀ ਪਤੀ ਨੂੰ, ਜੋ ਉਹਦੇ ਪਿਓ ਨੇ ਦਿੱਤਾ, ਖਾਰੀ 'ਚ ਟੋਕਰੀ 'ਚ ਪਾ ਕੇ ਪਤੀ ਤੇ ਸ਼ਰਧਾ ਰੱਖ ਕੇ ਤੁਰੀ ਫਿਰਦੀ ਰਹੀ, ਪਰ ਨਾਮ ਜਪਦੀ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਈ। ਦੁੱਖ ਭੰਜਨੀ ਮੇਰੀ ਹੇ ਟੋਕਰੀ ਰੱਖ ਕੇ ਤੁੰਗ ਪਿੰਡ ਮੰਗਣ ਗਈ ਤਾਂ ਉਹਦਾ ਕੋੜੀ ਪਤੀ ਵੇਖੋ ਇਸ਼ਨਾਨ ਕਰਕੇ ਤੰਦਰੁਸਤ ਹੋ ਗਿਆ ਸੀਗਾ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਸਾਖੀ ਉਹਦੀ ਦੁੱਖ ਸੁਣ ਕੇ ਉਹਦੇ ਪਿਓ ਨੂੰ ਬੁਲਾ ਕੇ ਆਖਿਆ ਵੀ ਤੇਰੀਆਂ ਧੀਆਂ ਪੁੱਤ ਕੋਈ ਨਹੀਂ, ਇਹਨੂੰ ਆਪਦਾ ਪੁੱਤ ਬਣਾ ਲਾ, ਇਹਦੇ ਪਤੀ ਨੂੰ ਇਹ ਰਾਜ ਦੇ ਦੇ, ਨਹੀਂ ਤੇ ਨਰਕਾਂ 'ਚ ਸੁੱਟਾਂਗੇ। ਤੋ ਇੰਜ ਰਾਜਨ ਤੋਂ ਕਿਉਂ ਸੋਇਆ ਨੀਂਦ ਭਰੇ ਜਾਗਤ ਕਤ ਨਾਹੀ ਰਾਮ, ਇਹ ਉਪਦੇਸ਼ ਦੇ ਕੇ ਉਹਨੂੰ ਨਿਹਾਲ ਕੀਤਾ ਸੀਗਾ। ਤੇ ਬੀਬੀ ਦਾ ਪਤੀ ਗੁਰੂ ਸ਼ਰਨ ਵਿੱਚ ਆਉਣ ਕਰਕੇ ਰਾਜਾ ਵੀ ਬਣ ਗਿਆ ਤੇ ਤੰਦਰੁਸਤ ਵੀ ਹੋ ਗਿਆ। ਤੋ ਇੰਜ ਸਾਧ ਸੰਗਤ ਜੀਓ, ਗੁਰੂ ਜੀ ਦੀ ਬਾਣੀ ਵਿੱਚ ਤੇ ਗੁਰੂ ਜੀ ਦੀ ਸੇਵਾ ਵਿੱਚ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਣ ਤੋਂ ਭਲਾ, ਨਹੀਂ ਤਾਂ ਸਭ ਦੁਨੀਆ ਰੋਂਦੀ ਪਈ ਹੈ। ਕਿਹਦਾ ਆਪਾਂ ਜ਼ਿਕਰ ਕਰੀਏ। ਮਾਰੇ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ, ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਕਾਲੀ ਰੂਵੈ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੇ ਨਾਉ ਸੋਈ ਜਿਣ ਜਾਇ, ਔਰੀ ਕਰਮ ਨ ਲਿਖੈ ਲਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ